ਸਤਿ ਸ਼੍ਰੀ ਅਕਾਲ। ਜਗਬਾਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਰਮਨਦੀਪ ਸਿੰਘ ਸੋਢੀ। ਦੇਸ਼ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ ਤੇ ਕਿਸਾਨੀ ਦਾ ਮਸਲਾ ਗਰਮਾਇਆ ਹੋਇਆ ਔਰ ਦੇਸ਼ ਦੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਇਸ ਵਕਤ ਕਾਫੀ ਹੰਗਾਮਾ ਹੋ ਰਿਹਾ। ਇਸ ਮਸਲੇ ਨੂੰ ਲੈ ਕੇ ਡਾਇਸਪੋਰਾ ਦੇ ਅੰਦਰ ਇਸ ਮਸਲੇ ਦੀ ਚਰਚਾ ਹੈ, ਪਰ ਸਰਕਾਰ ਟਸ ਤੋਂ ਮਸ ਹੁੰਦੀ ਨਜ਼ਰ ਨਹੀਂ ਆ ਰਹੀ ਔਰ ਕਿਸਾਨਾਂ ਦੀ ਕਿਲੇਬੰਦੀ ਕੀਤੀ ਗਈ ਹੈ। 26 ਜਨਵਰੀ ਤੋਂ ਬਾਅਦ ਉੱਥੇ ਇੰਟਰਨੈਟ ਸੇਵਾਵਾਂ, ਬਿਜਲੀ ਤੇ ਪਾਣੀ ਵੀ ਬੰਦ ਕਰ ਦਿੱਤਾ ਗਿਆ। ਅਜਿਹੇ 'ਚ देश का विरोधी धिर की सोचता और खास तौर पर पंजाब कांग्रेस के प्रधान सुनील जाखड़ का की प्रतिक्रम है, इस बारे असीं गलबात करांगे। इस वक्त जाखड़ साहब साडे नाल मौजूद ने। सिर्फ किसानी मसले ते ही नहीं बल्कि पंजाब के होर सारे मसलों पर भी उन्होंने असीं पक्ष जानने की कोशिश करांगे। स्वागत करते जाखड़ साहब तुहाडा बहुत बहुत। सत श्री अकाल, बहुत बहुत धन्यवाद सोढी जी, तुसीं मौका दिता तुहाडे राहीं सारे श्रोतावां नाल गल करन दा। जाखड़ साहब 2 महीनों तो वध समा हो गया, किसान दिल्ली के बॉर्डर पर बैठे ने, सरकार का नज़रिया किसी तो लुकिया नहीं है। ਤੁਹਾਡਾ ਕੀ ਪ੍ਰਤੀਕਰਮ ਹੈ? ਇਸ ਤਰ੍ਹਾਂ ਦਾ ਲਹਿਜ਼ਾ ਕਿਸਾਨਾਂ ਦੇ ਨਾਲ ਕਿਉਂ ਹੈ ਸਰਕਾਰ ਦਾ? ਕਿਸਾਨ ਜਿਹਨੂੰ ਅੰਨਦਾਤਾ ਆਈ ਲੋਕ ਕਹਿੰਦੇ ਰਹੇ, ਸਾਰਾ ਦੇਸ਼ ਮੰਨਦਾ ਹੈ, ਕਹਿੰਦੇ ਰਹੇ, ਕਿਉਂਕਿ ਹੁਣ ਨਹੀਂ ਲੱਗਦਾ ਵੀ ਇਹਨੂੰ ਅੰਨਦਾਤਾ ਮੰਨਦੇ ਹੈ। ਸਰਕਾਰ ਦੀ ਨਿਗਾਹ ਦੇ ਅੰਦਰ ਤਾਂ ਸਾਰੇ ਸ਼ੁਰੂ ਹੋਏ ਸੀ ਹੂਲੀਗਨਸ ਤੋਂ। ਸਭ ਤੋਂ ਪਹਿਲਾਂ ਸਾਡੇ ਜਿਹੜੇ ਪੁਰੀ ਸਾਹਿਬ ਹੈ, ਸਿਵਲ ਐਵੀਏਸ਼ਨ ਮੰਤਰੀ, ਇਹਨਾਂ ਨੇ ਇੱਥੇ ਗੁਰੂ ਦੀ ਨਗਰੀ ਅੰਮ੍ਰਿਤਸਰ 'ਚ ਜੀ ਇਸ ਨੂੰ ਹੂਲੀਗਨਸ ਦੱਸਿਆ ਸੀਗਾ। ਫਿਰ ਆਤੰਕਵਾਦੀ, ਫਿਰ ਨਕਸਲਵਾਦੀ, ਫਿਰ ਕਿ ਖਾਲਿਸਤਾਨੀ, ਹੁਣ ਦੇਸ਼ ਦਰੋਹੀ ਵਾਲੀ ਨੌਬਤ ਤੇ ਆਏ ਖੜੇ ਹੈ। ਅੱਜ ਹਮੇਸ਼ਾ ਪੋਜੀਸ਼ਨ ਤੇ ਜਦੋਂ ਦਾ ਜੂਨ ਮਹੀਨੇ 'ਚੋਂ 5 ਜੂਨ ਤੋਂ ਜਦੋਂ ਆ ਕਾਲੇ ਕਾਨੂੰਨਾਂ ਦੇ ਅਧਿਆਦੇਸ਼ ਆਏ ਹੈ, ਉਦੋਂ ਦਾ ਸਰਕਾਰ ਕਹਿ ਰਹੀ ਹੈ ਵੀ ਅਸੀਂ ਕਿਸਾਨਾਂ ਨਾਲ ਤਾਂ ਗੱਲ ਕਰਨ ਨੂੰ ਤਿਆਰ ਹਾਂ, ਪਰ ਕਿਸਾਨਾਂ ਦੇ ਮੋਢੇ ਤੇ ਰੱਖ ਕੇ ਅਪੋਜੀਸ਼ਨ ਪਾਰਟੀਆਂ ਬੰਦੂਕ ਚਲਾ ਰਹੀਆਂ। ਬਿਲਕੁਲ, ਤੁਹਾਡਾ ਨਾਂ ਲੈਂਦੇ ਉਹ ਕਹਿੰਦੇ ਤੁਹਾਡੇ ਇਸ਼ਾਰਿਆਂ ਤੇ ਹੋ ਰਿਹਾ। ਐਗਜ਼ੈਕਟਲੀ ਸਰ। ਪਰ ਅੱਜ ਮੈਂ ਬੜੇ ਗੰਭੀਰਤਾ ਨਾਲ ਤੇ ਤੱਥਾਂ ਦੇ ਉੱਤੇ ਬੈਠ ਕੇ ਤੁਹਾਡੇ ਸਾਹਮਣੇ ਤੇ ਸਾਰੇ ਦੇਸ਼ ਦੇ ਤੇ ਵਿਦੇਸ਼ਾਂ 'ਚ ਬੈਠੇ, ਖਾਸ ਕਰਕੇ ਸਾਡੇ ਤੁਸੀਂ ਕਿਹਾ ਵੀ ਬਾਹਰ ਦੇ ਡਾਇਸਪੋਰਾ ਦੀ ਤੁਸੀਂ ਗੱਲ ਕੀਤੀ, ਉਹਨਾਂ ਨੂੰ ਖਾਸ ਕਰਕੇ ਮੈਂ ਸੰਬੋਧਿਤ ਹੋਣਾ ਚਾਹੁੰਦਾ। ਅੱਜ ਹਾਲਾਤ ਆਏ ਸੁਡੀ ਜੀ ਕਿ ਕਿਸਾਨ ਦੇ ਮੋਢੇ ਦੇ ਉੱਤੇ ਬੰਦੂਕ ਤਾਂ ਰੱਖੀ ਹੋਈ ਹੈ, ਪਰ ਬੰਦੂਕ ਰੱਖੀ ਹੈ ਸਰਕਾਰ ਨੇ। ਤੇ ਨਿਸ਼ਾਨਾ ਕੌਣ ਹੈ? ਨਿਸ਼ਾਨਾ ਹੈ ਦੇਸ਼ ਦਾ ਲੋਕਤੰਤਰ ਜੀ, ਨਿਸ਼ਾਨਾ ਹੈ ਪੰਜਾਬ, ਨਿਸ਼ਾਨਾ ਹੈ ਪੰਜਾਬੀ, ਨਿਸ਼ਾਨਾ ਹੈ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ। ਉਹਦੇ ਉੱਤੇ ਇਹਨਾਂ ਨੇ ਨਿਸ਼ਾਨਾ ਬੰਨ ਰੱਖਿਆ। ਕੁਝ ਗਲਤ ਅਨਸਰਾਂ ਨੇ ਰਲ ਕੇ ਉਹ ਅਨਸਰ ਵੀ ਇਹਨਾਂ ਦੇ ਭੇਜੇ ਹੈ। ਜਦੋਂ ਉਹਨਾਂ ਦੀ ਨਿਆਇਕ ਜਾਂਚ ਅਗਰ ਹੋਵੇ, ਨਿਰਪੱਖ ਜਾਂਚ ਹੋਵੇ, ਕਿਉਂਕਿ ਨਿਆਇਕ ਜਾਂਚ ਦਾ ਤਾਂ ਭਰੋਸਾ ਸਾਹਿਬ ਸਾਡਾ ਉਸ ਦਿਨ ਉੱਠ ਗਿਆ ਸੀ ਜਦੋਂ ਦੇਸ਼ ਦਾ ਇੱਕ ਸੁਪਰੀਮ ਕੋਰਟ ਦਾ ਚੀਫ ਜਸਟਿਸ ਕੁਰਸੀ ਤੋਂ ਲੈਣ ਤੋਂ ਪਹਿਲਾਂ ਜਾ ਕੇ ਰਾਜ ਸਭਾ 'ਚ ਜਾ ਕੇ ਓਥ ਲੈ ਲਈ ਤੇ ਬਿਨਾਂ ਉਸ ਗੱਲ ਦੀ ਕੋਈ ਮਾਫੀ ਲੋਕਾਂ ਤੋਂ ਨਹੀਂ ਮੰਨੀ। ਉਸ ਦਿਨ ਦੇਖੋ, ਹੁਣ ਸਾਨੂੰ ਸੰਸਥਾ 'ਚ ਵਿਸ਼ਵਾਸ ਹੈ, ਸਾਨੂੰ ਇਹ ਜਿਹੇ ਨਹੀਂ ਵੀ ਸਾਰੇ ਲੋਕ ਹੀ ਮਾੜੇ ਹੈ, ਪਰ ਵਿਸ਼ਵਾਸ ਡਗਮਗਾ ਗਿਆ। ਅੱਜ ਲੋਕਤੰਤਰ ਤਾਂ ਸਿੱਧਾ ਨਿਸ਼ਾਨੇ ਤੇ ਹੈ। ਡਾਇਸਪੋਰਾ ਦੀ ਗੱਲ ਕੀਤੀ, ਰਿਆਨਾ ਇੱਕ ਪਾਸੇ ਛੱਡੋ, ਰਿਆਨਾ ਦਾ ਟਵੀਟ ਆਇਆ, ਸ਼ੀ ਇਜ਼ ਨਾਟ NRI। ਗ੍ਰੇਟਾ ਥੁਨਬਰਗ ਦਾ ਬਿਆਨ ਆਇਆ, ਉਹਦੇ ਤੇ FIR ਠੋਕਤੀ, ਪਰ ਉਹ ਵੀ ਹਿੰਦੁਸਤਾਨੀ ਨਹੀਂ, ਛੱਡੋ ਉਹਨੂੰ। ਪੰਜਾਬੀ ਡਾਇਸਪੋਰਾ ਬਹੁਤ ਵੱਡੀ ਤਾਦਾਦ 'ਚ ਕੈਨੇਡਾ ਦੇ ਅੰਦਰ ਬੈਠਾ ਹੈ। ਕੈਨੇਡਾ ਦੀ ਪਾਰਲੀਮੈਂਟ ਸਟੇਟਸ, ਜਿੱਥੇ ਚਾਹੇ ਤੁਸੀਂ ਵੈਨਕੂਵਰ ਚਲੇ ਜਾਓ ਜਾਂ ਦੂਜੀ ਸਟੇਟਸ ਦੇ ਅੰਦਰ, ਉਹਨਾਂ ਦੀ ਅਸੈਂਬਲੀ ਦੇ ਅੰਦਰ, ਰਾਜਨੀਤਿਕ ਦੇ ਅੰਦਰ ਬਹੁਤ ਵੱਡਾ ਯੋਗਦਾਨ ਪੰਜਾਬੀ ਸਾਡੇ ਡਾਇਸਪੋਰਾ ਦਾ। ਬਿਲਕੁਲ ਬਿਲਕੁਲ, ਇੰਡੀਅਨ ਰੀਜਨ ਦੇ ਮੇਰੇ ਖਿਆਲ ਉਹਨਾਂ ਦਾ ਬਿਆਨ ਸਰਕਾਰ ਪੰਜਾਬੀਆਂ ਉਹਨਾਂ ਦਾ ਬਿਆਨ ਆਇਆ ਸੀ। ਫਿਰ ਮੈਂ ਕਿਹਾ ਲੱਗੇ ਹੱਥ ਜਦੋਂ ਉਹਦੇ ਤੇ ਕਰੀ ਜਾਂਦੇ ਹੈ, ਥੁਨਬਰਗ ਦੇ ਉੱਤੇ ਕਰੀ ਜਾਂਦੇ ਹੈ, ਤੇ FIR ਇੱਕ ਉਹਨਾਂ ਤੇ ਵੀ ਠੋਕ ਦੇਣੀ ਸੀ, ਜਸਟਿਨ ਟਰੂਡੋ ਤੇ ਵੀ ਠੋਕ ਦੇਣੀ ਸੀਗੀ। ਘੱਟੋ ਘੱਟ ਹਿੰਦੁਸਤਾਨ ਦਾ ਨਾਮ ਹੁੰਦਾ ਵੀ ਬੜੇ ਤਗੜੇ ਵਿਸ਼ਵ ਗੁਰੂ ਬਣ ਗਏ ਸਭ, ਐਡਾ ਹਿੰਦੁਸਤਾਨ ਇੱਕ ਸੁਪਰ ਪਾਵਰ ਬਣ ਗਿਆ ਵੀ ਦੇਖੋ ਕੈਨੇਡਾ ਵਰਗੇ ਦੇ ਪ੍ਰਧਾਨ ਮੰਤਰੀ ਦੇ ਉੱਤੇ ਅਸੀਂ ਸੈਡੀਸ਼ਨ ਦੇ ਚਾਰਜਿਸ ਠੋਕਤੇ। ਆਹ ਸਭ ਕਿਉਂ ਹੋ ਰਿਹਾ? ਆਹ ਤਾਂ ਕਿਸਾਨਾਂ ਨੂੰ ਤਾਂ ਇੱਕ ਮੋਹਰਾ ਬਣਾ ਕੇ ਇਹਨਾਂ ਨੇ ਇੱਕ ਸੁਨੇਹਾ ਦੇਣਾ ਚਾਹੁੰਦੇ ਹੈ ਦੇਸ਼ ਦੀ ਜਨਤਾ ਨੂੰ, 130 ਕਰੋੜ ਆਬਾਦੀ ਨੂੰ, ਵੀ ਦੇਖਿਓ ਕਿਤੇ ਤੁਸੀਂ ਇਹਨਾਂ ਵਾਲੇ ਰਾਹ ਤੇ ਨਾ ਤੁਰ ਪਿਓ। ਜੇ ਕਿਤੇ ਆਹ ਤਾਂ 2-4 ਲੱਖ ਕਿਸਾਨ ਇਕੱਠੇ ਹੋਏ ਹੈ, ਅਸੀਂ ਕਿਸੇ ਨੂੰ ਟਿੱਚ ਨਹੀਂ ਜਾਣਦੇ, ਅਗਰ ਕੋਈ ਬੋਲਿਆ ਤੁਹਾਡਾ ਵੀ ਹਾਲ ਆਈ ਹੋਊਗਾ। ਦੇਸ਼ ਦਰੋਹੀ ਕਹਿ ਕੇ ਮਾਰਦੇ ਪੰਜਾਬੀ ਦੀ ਕਮਾ ਧੀ ਨੂੰ ਤੇ ਸੁਣਾਵਾ ਨੂੰ। ਬਸ ਆਹ ਕੰਮ ਹੋ ਰਿਹਾ ਹੈ ਵੀ ਮੈਨੂੰ ਆਹ ਖਤਰਾ ਹੈ ਵੀ ਅਗਰ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਨਾ, ਕਿਤੇ ਇਹ ਨਾ ਹੋਵੇ ਵੀ ਆਜ਼ਾਦ ਹਿੰਦੁਸਤਾਨ ਦਾ ਆਖਰੀ ਪ੍ਰੋਟੈਸਟ ਸੰਘਰਸ਼ ਨਾ ਬਣ ਕੇ ਰਹਿ ਜੇ। ਪਰ ਇੰਟੈਲੀਜੈਂਸੀਆਂ ਤੇ ਤੁਸੀਂ ਇਸ ਮਤਲਬ ਇਹਦਾ ਮਤਲਬ ਤੁਸੀਂ ਫਿਰ ਇੰਟੈਲੀਜੈਂਸੀ ਤੇ ਵੀ ਸਵਾਲ ਚੱਕ ਰਹੇ ਹੋ। ਜਿਹੜੀ ਦਿੱਲੀ ਪੁਲਿਸ ਕਹਿੰਦੀ ਹੈ ਸਾਡੇ ਕੋਲ ਇਨਪੁਟ ਹੈ ਕਿ ਖਾਲਿਸਤਾਨੀ ਸਮਰਥਕ ਜਿਹੜੇ ਨੇ ਉਹ ਦੇਸ਼ ਦੇ ਵਿੱਚ ਹਿੰਸਾ ਭੜਕਾਉਣੀ ਚਾਹੁੰਦੇ ਨੇ ਔਰ ਇੱਥੇ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਔਰ ਦੇਸ਼ ਦੀ ਅਖੰਡਤਾ ਤੇ ਸਵਾਲ ਚੁੱਕਿਆ ਜਾ ਰਿਹਾ। ਜਿਹੜੇ ਡਾਇਸਪੋਰਾ ਤੋਂ ਲੋਕ
ਹਾਲੀਵੁੱਡ ਦੀਆਂ ਹਸਤੀਆਂ, ਹਾਲਾਂਕਿ ਕਮਲਾ ਹੈਰਿਸ ਦੀ ਭਾਣਜੀ ਵੀ ਉਹ 'ਚ ਸ਼ਾਮਲ ਹੈ, ਤਾਂ ਇਹ ਜੋ ਸਰਕਾਰ ਦਾ ਖਦਸ਼ਾ ਜਾਂ ਪ੍ਰਸ਼ਾਸਨ ਦਾ, ਏਜੰਸੀਆਂ ਦਾ ਖਦਸ਼ਾ ਹੈ, ਤੁਸੀਂ ਇਹਨੂੰ ਰੱਤੀ ਭਰ ਵੀ ਮੰਨਦੇ ਹੋ ਕਿ ਹਾਂ ਇਸ ਤਰ੍ਹਾਂ ਹੋ ਸਕਦਾ? ਦੇਖੋ, ਪਾਕਿਸਤਾਨ, ਕੈਪਟਨ ਅਮਰਿੰਦਰ ਸਿੰਘ ਜੀ ਪਹਿਲੇ ਦਿਨੋਂ ਕਹਿ ਰਹੇ ਵੀ ਪਾਕਿਸਤਾਨ ਤਾਂ ਇਹ ਜਿਹਾ ਭਾਲਦਾ ਫਿਰਦਾ ਵੀ ਇੱਥੇ ਇਸ ਕਿਸਮ ਦਾ ਮਾਹੌਲ ਬਣ ਜੇ। ਪਰ ਜੇ ਇੰਟੈਲੀਜੈਂਸ ਏਜੰਸੀਆਂ ਨੂੰ ਬਾਹਰ ਬੈਠੇ ਲੋਕਾਂ ਦਾ ਪਤਾ ਹੈ ਵੀ ਉਹ ਇੱਥੇ ਸ਼ਰਾਰਤ ਕਰ ਰਹੇ ਹੈ, ਤਾਂ ਇਹਨਾਂ ਨੂੰ ਰਾਜੇਵਾਲ ਸਾਹਿਬ ਦੀ ਉਹ ਸਪੀਚ ਵੀ ਯਾਦ ਹੋਣੀ ਹੈ ਜੀ, ਉਹਨਾਂ ਨੇ 22 ਤਰੀਕ ਨੂੰ ਦਿੱਤੀ ਸੀ, 22 ਜਨਵਰੀ ਨੂੰ, ਵੀ ਜੋ ਕੋਈ ਵੀ ਲਾਲ ਕਿਲੇ ਤੇ ਝੰਡਾ ਫਹਿਰਾਉਣਾ ਚਾਹੁੰਦਾ ਹੈ ਉਹ ਸਾਡੇ ਸੰਘਰਸ਼ ਦਾ ਹਿੱਸਾ ਨਹੀਂ, ਜੋ ਕੋਈ ਪਾਰਲੀਮੈਂਟ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਉਹ ਸਾਡੀ 26 ਜਨਵਰੀ ਵਾਲੀ ਪਰੇਡ ਦਾ ਹਿੱਸਾ ਨਹੀਂ, ਜੋ ਕੋਈ ਖਾਲਿਸਤਾਨ ਬਣਾਉਣਾ ਚਾਹੁੰਦਾ ਹੈ ਉਹ ਜਾ ਕੇ ਅਮਰੀਕਾ 'ਚ ਬਣਾਵੇ, ਕੈਨੇਡਾ 'ਚ ਬਣਾਵੇ, ਸਾਡੇ ਇੱਥੇ ਉਹਦਾ ਥਾਂ ਨਹੀਂ। ਮਤਲਬ ਚਰਚਾਵਾਂ ਤਾਂ ਸੀਗੀ ਉਸ ਦਿਨ ਵੀ ਕਈ ਜਿਹੜੇ ਅਨਸਰ ਹੈ ਜਿਨ੍ਹਾਂ ਨੂੰ ਇਹ ਏਜੰਸੀਜ਼ ਕਹਿ ਰਹੀਆਂ ਵੀ ਉਹ ਬਾਹਰ ਦੇ ਤੱਤ ਹੋਣੇ, ਉਹ ਵੀ ਰਾਜੇਵਾਲ ਸਾਹਿਬ ਦੇ ਤੇ ਬਾਕੀ ਜਿਹੜੇ ਜਥੇਬੰਦੀਆਂ ਦੇ, ਚਾਹੇ ਉਗਰਾਹਾਂ ਸਾਹਿਬ ਹੈ, ਚਾਹੇ ਸਰਸਾ ਜੀ ਹੈ, ਜਿਹੜੇ ਵੀ ਬਲਦੇਵ ਜੀ ਬੈਠੇ ਹੋਣੇ, ਸਭ ਸਾਰੇ ਉੱਥੇ ਸੀਗੇ, ਡਾਕਟਰ ਸਾਹਿਬ ਬੈਠੇ ਹੈ, ਦਰਸ਼ਨਪਾਲ ਜੀ, ਉਹਨਾਂ ਦੀ ਨਿਗਾਹ 'ਚ ਹੋਣੇ, ਇਹਨਾਂ ਨੂੰ ਪਤਾ ਹੋਣਾ ਸਭ। ਫਿਰ ਕਿਵੇਂ ਜਾ ਵੜੇ ਸਾਹਿਬ, ਉਹ ਉੱਥੇ ਕਿਵੇਂ ਜਾਂਦੇ ਰਹੇ? ਰੈੱਡ ਕਾਰਪਟ ਤਾਂ ਵਿਛਾਇਆ ਨਹੀਂ, ਬਾਕੀ ਕੋਈ ਕਸਰ ਛੱਡੀ ਨਹੀਂ, ਉਹਨਾਂ ਨੂੰ ਤੋੜ ਕੇ ਲੈ ਗਏ, ਅੱਗੇ ਮੋਟਰਸਾਈਕਲਾਂ ਲਾਤੀਆਂ, ਪਤਾ ਨਹੀਂ ਪਾਇਲਟ ਜਿਪਸੀਆਂ ਵੀ ਲਾਤੀਆਂ ਹੋਣੀ ਵੀ ਇੱਧਰ ਆ ਜਾਓ, ਦੱਸ ਕੇ ਚਲੇ। ਦੱਸ ਕੇ ਦੇਖੋ, ਜਿਹੜੇ ਵਿਚਾਰੇ ਮਾਤੜ ਗਏ ਹੈ ਉੱਥੇ, ਉਹਨਾਂ ਨੂੰ ਤਾਂ ਰਾਹ ਪਤਾ ਨਹੀਂ ਸਵਾ ਰਾਹ ਕਿੱਧਰ ਚੱਲੇ, ਉਹਨਾਂ ਨੇ ਉਧਰ ਮੋੜਤਾ ਜਿੱਧਰ ਨੱਕਾ ਤੋੜੀ ਦਾ ਪਾਣੀ ਦਾ, ਪਾਣੀ ਤਾਂ ਉਧਰ ਵਗਣਾ ਸਾਹਿਬ, ਇਹਨਾਂ ਨੇ ਇੱਧਰ ਬੈਰੀਕੇਡ ਗਾਂਹ ਪਿਛਾਂ ਕਰਤੇ, ਇੱਧਰ ਚੱਲੋ ਜੀ, ਉੱਧਰ ਲਿਜਾ ਵਾੜੇ ਸਾਹਿਬ। ਕਿਉਂ ਖਾਲੀ ਪਿਆ ਸੀਗਾ ਲਾਲ ਕਿਲ੍ਹਾ ਸਾਹਿਬ? ਜਿਸ ਲਾਲ ਕਿਲ੍ਹੇ ਨੂੰ ਲੈ ਕੇ, ਜਿਸ ਤਿਰੰਗੇ ਦੇ ਅਪਮਾਨ ਦੀ, ਦੇਖੋ ਤਿਰੰਗਾ ਸਾਰਿਆਂ ਦਾ ਹੈ ਸਾਹਿਬ, ਉਸ 'ਚ ਨਾ ਕੋਈ ਕਾਂਗਰਸੀ, ਨਾ ਕੋਈ ਬੀਜੇਪੀ, ਨਾ ਕੋਈ ਅਕਾਲੀ, ਕਿਸੇ ਇੱਕ ਖਿੱਤੇ ਦਾ ਨਹੀਂ, ਨਾ ਇਕੱਲੇ ਪੰਜਾਬ ਦਾ, ਸਾਰਿਆਂ ਦਾ ਹੈ ਤਿਰੰਗਾ। ਤੁਹਾਨੂੰ ਲੱਗਦਾ ਅਪਮਾਨ ਹੋਇਆ? ਸਾਡਾ ਬਿਲਕੁਲ ਨਹੀਂ ਹੋਇਆ ਸਾਹਿਬ, ਬਿਲਕੁਲ ਨਹੀਂ ਹੋਇਆ ਤਿਰੰਗੇ ਦਾ ਅਪਮਾਨ, ਪਰ ਉੱਥੇ ਜਾਣਾ ਮੰਦਭਾਗਾ ਸੀ, ਜਾਣਾ ਨਹੀਂ ਚਾਹੀਦਾ ਸੀ, ਇੱਕ ਸਿੰਬੋਲਿਕ ਹੈ। ਪਰ ਉਹ ਲੋਕ ਮਗਰਮੱਛੀ ਅਥਰੂ ਬਹਾ ਰਹੇ ਹੈ ਜਿਨ੍ਹਾਂ ਨੇ ਤਿਰੰਗੇ ਨੂੰ ਫਹਿਰਾਉਣ ਵਾਸਤੇ ਕਿਤੇ ਕੋਈ ਕੁਰਬਾਨੀ ਨਹੀਂ ਦਿੱਤੀ ਸਾਹਿਬ। ਮੈਂ ਅੱਜ ਵੀ ਬਾਰ-ਬਾਰ ਮੇਰਾ ਇੱਕੋ ਸਵਾਲ ਹੁੰਦਾ ਕਿਸੇ ਸਾਥੀਆਂ ਤੋਂ ਜਿਹੜੇ ਅੱਜ ਮਹਿਸੂਸ ਕਰ ਰਹੇ हैं, ਜਿਹੜੇ ਕਹਿੰਦੇ ਵੀ ਹਮਾਰਾ ਸਿਰ ਸ਼ਰਮ ਸੇ ਝੁਕ ਜਾता है जब हम देखते हैं तिरंगे की बदनामी। ਵੀ ਮੈਨੂੰ ਆਹ ਦੱਸੋ ਵੀ ਜਿਹੜਾ 800 ਕਰੋੜ ਰੁਪਏ ਲਾ ਕੇ ਤੁਸੀਂ ਬੀਜੇਪੀ ਦਾ ਹੈੱਡਕੁਆਟਰ ਬਣਾਇਆ ਦਿੱਲੀ 'ਚ, ਉਸ 'ਚ ਕਿਹੜੇ ਆਜ਼ਾਦੀ ਘੁਲਾਟੀਏ ਦੀ ਫੋਟੋ ਹੈ? ਮੈਨੂੰ ਇੰਨੇ ਸਾਲਾਂ 'ਚ ਦੋ ਬੰਦਿਆਂ ਦਾ ਨਾਂ ਪਤਾ ਹੈ, ਇੱਕ ਮਿਸਟਰ ਸਾਵਰਕਰ, ਇੱਕ ਦੀਨ ਦਿਆਲ ਉਪਾਧਿਆ ਜੀ, ਤੀਜਾ ਨਾਮ ਮੇਰੇ ਤੱਕ ਧਿਆਨ 'ਚ ਆਉਂਦਾ ਨਹੀਂ ਸਭ, ਜਿਹੜਾ ਇਹਨਾਂ ਨੇ ਕਿਤੇ ਕੋਈ ਨੇੜ ਦੀ ਨਿਕਲ ਕੇ ਗਏ ਹੋਣ ਕਿਸੇ ਆਜ਼ਾਦੀ ਸੰਘਰਸ਼ 'ਚ। ਤੇ ਇੱਥੇ ਘਰ ਘਰ 'ਚ ਗਾਥਾ ਲਿਖੀ ਪਈ ਹੈ, ਘਰ ਘਰ 'ਚ ਗਾਥਾ ਲਿਖੀ ਪਈ ਹੈ ਸਭ, ਜਿਨ੍ਹਾਂ ਨੇ ਕੁਰਬਾਨੀਆਂ ਵਾਸਤੇ, ਉਹ ਕਾਲਾ ਪਾਣੀ ਜਾ ਕੇ ਦੇਖ ਲਓ, ਉੱਥੇ ਨੂੰਹਾਂ ਨਾਲ ਖੁਰਚ ਕੇ ਉਹਨਾਂ ਨੇ ਆਪਣੇ ਨਾਂ ਦਰਜ ਹੈ ਸਾਹਿਬ ਕਰ, ਦੇਖ ਲਏ ਕੋਈ, ਤੇ ਉਹਨੂੰ ਸਾਨੂੰ ਕਹਿ ਰਹੇ ਵੀ ਅਸੀਂ ਪੰਜਾਬ ਵਾਲੇ ਨੇ ਕਰ। ਦੇਖੋ, ਪੰਜਾਬ ਨੂੰ ਸੈਗਰੀਗੇਟ, ਪੰਜਾਬ ਨੂੰ ਇੱਕ ਪਾਸੇ ਕਰਕੇ, ਜਦੋਂ ਮੈਂ ਕਿਹਾ ਵੀ ਨਿਸ਼ਾਨਾ ਇਕੱਲੀ ਆਜ਼ਾਦੀ ਨਹੀਂ, ਪੰਜਾਬ ਵੀ ਹੈ ਸਭ, ਪੰਜਾਬੀ ਵੀ ਹੈ, ਵੀ ਇਹਨਾਂ ਨੂੰ ਬਦਨਾਮ ਕਰਕੇ ਛੱਡ ਦਿਓ। ਅੱਜ ਵੀ ਤੋਮਰ ਸਾਹਿਬ ਉੱਥੇ ਰਾਜ ਸਭਾ 'ਚ ਬੋਲ ਰਹੇ ਸੀ ਵੀ ਇਹ ਪੰਜਾਬ ਵਾਲੇ ਕਰ ਰਹੇ ਖਰਾਬ। ਹਾਂ, ਅੱਜ ਤਾਂ ਉਹਨਾਂ ਨੇ ਤੁਹਾਡੇ ਤੇ ਸਿੱਧਾ ਇਲਜ਼ਾਮ ਲਾ ਦਿੱਤਾ, ਕਹਿੰਦੇ ਪੰਜਾਬ ਸਰਕਾਰ ਨੇ ਇਹ ਪ੍ਰੋਵੀਜ਼ਨ ਲੈ ਕੇ ਆਂਦੀ ਹੈ ਖੁਦ ਕਿ ਜਿਹੜਾ ਕੰਟਰੈਕਟ ਫਾਰਮਿੰਗ ਦੇ ਨਿਯਮਾਂ ਨੂੰ ਤੋੜੂਗਾ ਫਾਰਮਰ, ਉਹਨੂੰ ਸਜ਼ਾ ਵੀ ਦਿਆਂਗੇ ਤੇ ਉਹਨੂੰ ਜੁਰਮਾਨਾ ਵੀ ਲਾਵਾਂਗੇ। ਕਹਿੰਦੇ ਓਨਲੀ ਸਟੇਟ ਪੰਜਾਬ ਹੈਗੀ ਹੈ। ਬਿਲਕੁਲ ਬੜਾ ਉਹਨਾਂ ਨੇ ਸੱਤ ਵਚਨ ਬੋਲਿਆ ਤੋਮਰ ਜੀ ਨੇ, ਬਟ ਮੈਨੂੰ ਇਸ ਗੱਲ ਦੀ ਹੈਰਾਨੀ ਵੀ ਹੁੰਦੀ ਹੈ, ਅਫਸੋਸ ਵੀ ਹੁੰਦਾ ਤੇ ਹਾਸਾ ਵੀ ਆਉਂਦਾ ਹੈ ਵੀ ਇਹ ਲੋਕ ਬੈਠੇ ਦੇਸ਼ ਦਾ ਭਵਿੱਖ ਨਿਰਧਾਰਿਤ ਕਰ ਰਹੇ ਹੈ। ਤੋਮਰ ਸਾਹਿਬ ਨੂੰ ਕਿਸੇ ਨੇ ਦੱਸਣਾ ਤਾਂ ਸੀਗਾ, ਸਾਡੇ ਵਾਲੇ ਪਤਾ ਨਹੀਂ ਉੱਥੇ ਬੈਠੇ ਸੀ, ਸੁੱਤੇ ਪਏ ਸੀ, ਕਿਸੇ ਨੇ ਦੱਸਿਆ ਨਹੀਂ ਵੀ ਜਿਹੜੇ ਕਾਨੂੰਨ ਦੀ ਗੱਲ ਤੋਮਰ ਸਾਹਿਬ ਕਰ ਰਹੇ ਉਹ ਬਣਾਇਆ ਕਿਹਨੇ ਸੀਗਾ? ਬੀਜੇਪੀ ਨੇ ਖੁਦ ਬਣਾਇਆ ਸੀਗਾ ਸਾਹਿਬ। ਅਕਾਲੀ ਬੀਜੇਪੀ ਸਰਕਾਰ 2013 'ਚ ਬਣਿਆ ਤਾਂ ਸੀਗਾ, ਪਰ ਕਿਉਂਕਿ ਜਦ ਤੱਕ ਬਣਤਰ ਜੀ ਉਹਦੀ ਹੋਈ ਤੇ ਨੇੜੇ ਆਉਣ ਲੱਗਿਆ, 14 ਦਾ ਇਲੈਕਸ਼ਨ ਆ ਗਿਆ, ਮੇਰੇ ਖਿਆਲ ਬੇਅਦਬੀ ਵਾਲੇ ਮਸਲੇ ਸਾਰਾ ਨਾ ਉਹ ਉਸ ਤੋਂ ਪਹਿਲਾਂ ਹੋ ਲਿਆ ਜੀ, ਉਹ 14 ਵਾਲਾ ਇਲੈਕਸ਼ਨ ਆ ਗਿਆ। ਲੋਕਾਂ ਦਾ ਰੋਹ ਦੇਖ ਕੇ ਇਹ ਤਾਂ ਸਿਆਣੇ ਸੀ, ਇਹਨਾਂ ਵਾਂਗੂ ਜਿੱਦ ਫੜੀ ਨਹੀਂ। ਬਾਦਲ ਸਾਹਿਬ ਸਿਆਣੇ ਸੀ, ਬੈਕ ਗੇਅਰ ਲਾ ਕੇ ਰੋਕ ਗਏ ਕੰਮ, ਉਹ ਕਮਿਸ਼ਨ ਬਣਨਾ ਸੀ, ਨਹੀਂ ਬਣਿਆ, ਉਹ ਠੰਡੇ ਬਸਤੇ 'ਚ ਪੈ ਗਿਆ, ਲਾਗੂ ਹੀ ਨਹੀਂ ਹੈ, ਉਸੇ ਤਰ੍ਹਾਂ ਹੀ ਪਿਆ। ਨਾ ਤਾਂ ਉਹਦਾ ਕੰਟਰੈਕਟ ਕੋਈ ਫਾਰਮ 'ਚ ਆਇਆ, ਨਾ ਕੋਈ ਉਹਦੇ ਰੂਲਸ ਰੈਗੂਲੇਸ਼ਨ ਬਣੇ, ਕਾਨੂੰਨ ਬਣਦਾ ਉਹਦੇ ਬਾਅਦ ਰੂਲਸ ਫਰੇਮ ਹੁੰਦੇ ਸਭ, ਨਾ ਤਾਂ ਉਹਦੇ ਰੂਲਸ ਬਣੇ, ਨਾ ਉਹ ਕਮਿਸ਼ਨ ਬਣਿਆ ਜਿਹੜਾ ਸੈਟਲਮੈਂਟ ਵਾਲਾ ਕਮਿਸ਼ਨ ਬਣਨਾ ਸੀ। ਪਰ ਤੋਮਰ ਸਾਹਿਬ ਇਸ ਗੱਲ ਦਾ ਜਵਾਬ ਦੇਣ ਵੀ ਤੋਮਰ ਸਾਹਿਬ ਆਪ ਦੇ ਗਲੋਂ ਲਾ ਕੇ ਸਾਡੇ ਗਲੇ 'ਚ ਪਾਈ ਜਾਂਦੇ ਹੋ। ਤੋਮਰ ਸਾਹਿਬ ਆਹ ਤਾਂ ਜਵਾਬ ਦਿੰਦੇ ਨੇ ਵੀ ਖੁਦ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ 2011 'ਚ ਕਿਹਾ ਸੀ, ਆਪਣੀ ਜਿਹੜੀ ਕਮੇਟੀ ਬਣਾਈ ਸੀਗੀ ਵੀ ਆਹ ਜਿਹੜੇ ਹੈ MSP ਸ਼ੁੱਡ ਬੀ ਲੀਗਲ ਗਾਰੰਟੀ, ਉਸ ਗੱਲ ਤੇ ਨਹੀਂ ਆਂਦੇ, ਕਾਨੂੰਨ ਕੱਢ ਕੇ ਲੈ ਗਿਆ। ਪਰ ਮਾੜਾ ਮੋਟਾ ਹੋਮਵਰਕ ਕਰਨ ਸਾਹਿਬ। ਮੈਨੂੰ ਹੈਰਾਨੀ ਹੈ ਵੀ ਦੇਸ਼ ਦੀ ਨੀਤੀ ਨਿਰਧਾਰਿਤ ਕਰਨ ਵਾਲੇ ਨੂੰ ਆ ਹੀ ਨਹੀਂ ਪਤਾ। ਮੈਂ ਕਿਹਦੇ ਨਾਲ ਕੰਧ ਦੇ ਨਾਲ ਜਾ ਕੇ ਮੈਂ ਟੱਕਰ ਮਾਰਾਂ ਸਾਹਿਬ? ਕੋਈ ਲੌਜੀਕਲੀ ਗੱਲ ਕਰੋ ਸਾਹਿਬ। ਮੈਂ ਨਹੀਂ ਕਹਿੰਦਾ ਵੀ ਅਸੀਂ ਕੋਈ ਕਾਨੂੰਨ ਬਣਾਇਆ, ਅਸੀਂ ਇਹਨਾਂ ਵਾਂਗੂ ਅਹੰਕਾਰੀ ਨਹੀਂ,
ਆ ਜਾਓ ਅਸੀਂ ਤਾਂ ਗੱਲ ਬੈਠ ਕੇ ਹੁਣ ਵੀ ਜਿਹੜੇ 3 ਕਾਨੂੰਨ ਬਣਾਏ ਆ ਸਪਟੈਂਬਰ ਦੇ ਮਹੀਨੇ 'ਚ ਪੰਜਾਬ ਅਸੈਂਬਲੀ ਨੇ ਕਿਸਾਨ ਜਥੇਬੰਦੀ ਨਾਲ ਬੈਠ ਕੇ ਸਾਰੇ ਉਹਨਾਂ ਨੇ 2 ਮੀਟਿੰਗਸ ਕੀਤੀ ਸਾਰੇ ਜਥੇਬੰਦੀਆਂ ਨੂੰ ਬੁਲਾ ਕੇ ਕੈਪਟਨ ਸਾਹਿਬ ਨੇ ਦੱਸੋ ਕੀ ਰਾਏ ਹੈ। ਪਹਿਲਾਂ ਤਾਂ ਜਦੋਂ ਰੇਲਵੇ ਤੇ ਬੈਠੇ ਸੀ ਉਦੋਂ ਕਿਹਾ ਸੀ ਵੀ ਜਾਣ ਤੁਸੀਂ ਦੱਸੋ ਕਿਵੇਂ ਕਰਨਾ, ਫਿਰ ਬੁਲਾ ਕੇ ਵੀ ਹੁਣ ਕੋਈ ਹੱਲ ਤਾਂ ਕਰੀਏ। ਕਹਿੰਦੇ ਤੁਸੀਂ ਆ ਕਾਨੂੰਨ ਬਣਾ ਦਿਓ। ਉਸ ਦਿਨ ਮੈਂ ਖੁਦ ਬੈਠਾ ਸੀ ਉਸ ਮੀਟਿੰਗ 'ਚ ਸਾਹਿਬ, ਮੈਂ ਖੜੇ ਹੋ ਕੇ ਜਦੋਂ ਆ ਗੱਲ ਆਈ ਸੀਐਮ ਸਾਹਿਬ ਨੇ ਕਹਿਤਾ ਬਣਾ ਲਓ। ਮੈਂ ਕਿਹਾ ਜੀ ਮੈਂ ਇੱਕ ਛੋਟਾ ਮੂੰਹ ਬੜੀ ਗੱਲ ਕਹਿਣਾ ਚਾਹੁੰਦਾ ਵੀ ਆਹ ਕਾਨੂੰਨ ਤਾਂ ਗਵਰਨਰ ਹਾਊਸ ਤੋਂ ਨਹੀਂ ਲੰਘਣੇ, ਕਿਵੇਂ ਹੋ ਜਾਊਗਾ। ਖੁਦ ਜਥੇਬੰਦੀਆਂ ਨੇ ਖੜੇ ਕਿਹਾ ਤੁਸੀਂ ਉਹ ਸਾਡੇ ਤੇ ਛੱਡੋ, ਤੁਸੀਂ ਕਾਨੂੰਨ ਬਣਾ ਦਿਓ, ਅਸੀਂ ਜਾਣੀਏ ਗਵਰਨਰ ਹਾਊਸ ਜਾਣੇ ਘੇਰ ਕੇ ਬਹਿ ਜਾਣ। ਹੁਣ ਫਿਰ ਤੁਸੀਂ ਆਲ ਪਾਰਟੀ ਮੀਟਿੰਗ ਕੀਤੀ ਹੈ, ਉਹਦੇ 'ਚ ਵੀ ਤੁਸੀਂ ਇਹ ਮਤਾ ਪਾਸ ਕੀਤਾ ਕਿ ਆਪਾਂ ਇੱਕ ਵਾਰ ਫਿਰ ਤੋਂ ਲੈ ਕੇ ਆਵਾਂਗੇ। ਕੀ ਕੋਈ ਲੌਜੀਕ ਆ ਉਹਦੇ ਮਗਰ? ਕਨਸਟੀਟਿਊਸ਼ਨ ਇਹ ਕਹਿੰਦਾ ਹੈ ਕਿ ਦੂਸਰੀ ਵਾਰ ਜੇਕਰ ਤੁਸੀਂ ਭੇਜ ਦਿਓ ਤਾਂ ਗਵਰਨਰ ਸਾਹਿਬ ਨੂੰ ਰਾਸ਼ਟਰਪਤੀ ਕੋਲ ਭੇਜਣਾ ਪਊਗਾ, ਦੈਟਸ ਲੀਗਲੀ ਬਾਈਂਡਿੰਗ। ਪਰ ਕਾਨੂੰਨ ਤਾਂ ਦੇਖੋ ਕਨਸਟੀਟਿਊਸ਼ਨ ਦੇ ਧੱਦੀਆਂ ਤਾਂ ਹਰੇਕ ਥਾਂ ਉਡਾਈ ਜਾਂਦੇ ਆ। ਕਾਨੂੰਨ ਕਿੱਥੇ ਕਹਿੰਦਾ ਵੀ ਸੈਂਟਰ ਸਰਕਾਰ ਕੋਲ ਆ ਅਧਿਕਾਰ ਹੈ ਵੀ ਬਣਾਵੇ। ਦੇਖੋ ਆਜ਼ਾਦੀ ਨੂੰ ਮਾਰਨ ਵਾਸਤੇ ਸਾਡੇ 'ਚ ਤੇ ਪਾਕਿਸਤਾਨ 'ਚ ਕੀ ਫਰਕ ਹੈ ਸਾਹਿਬ? ਪਰ ਬਿਯੋਂਡ ਵੀ ਹੈਵ ਅ ਰੂਲ ਆਫ ਲਾਅ, ਵੀ ਹੈਵ ਅ ਕਨਸਟੀਟਿਊਸ਼ਨ। ਬਿਯੋਂਡ ਦਿਸ ਠੀਕ ਹੈ, ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਾਨੂੰਨਾਂ ਦਾ ਕੀ ਹਾਲ ਆ ਸਾਡੇ ਦੇਸ਼ ਦੇ ਅੰਦਰ। ਇਹਦੇ ਤੋਂ ਇਲਾਵਾ ਫਿਰ ਤੁਹਾਡੀ ਕੀ ਤਿਆਰੀ? ਆਪ ਵਾਲੇ ਰੁੱਸੇ ਫਿਰਦੇ ਆ, ਕਹਿੰਦੇ ਸੀਐਮ ਸਾਹਿਬ ਸਿੱਧਾ ਜਾ ਕੇ ਦੇਸ਼ ਦੇ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਿਉਂ ਨਹੀਂ ਕਰਦੇ? ਤੁਸੀਂ ਸਾਰੇ ਸੰਗਠਨਾਂ ਨੂੰ ਨਾਲ ਲੈ ਕੇ ਦਿੱਲੀ ਕਿਉਂ ਨਹੀਂ ਜਾਂਦੇ, ਉਹਨਾਂ ਦੇ ਨਾਲ ਗੱਲਬਾਤ ਕਰੋ। ਦੇਖੋ ਜਦੋਂ ਸੀਐਮ ਸਾਹਿਬ ਜਾ ਵੜਦੇ ਹੈ ਉਦੋਂ ਇਸ ਗੱਲ ਦੀ ਸੀਐਮ ਸਾਹਿਬ ਇਕੱਲੇ ਕਿਉਂ ਜਾ ਵੜੇ। ਹੁਣ ਸੀਐਮ ਸਾਹਿਬ ਨੇ ਕਿਹਾ ਸਾਰਿਆਂ ਨੂੰ ਲੈ ਚੱਲਾਂਗੇ ਵੀ ਇਹਨਾਂ ਦੀ ਕੋਈ ਸਿਫਾਰਿਸ਼ ਹੈ, ਇਹਨਾਂ ਦੀ ਦੇਖੋ ਕੋਈ ਨਾ ਕੋਈ ਗੰਢ ਤੁਕ ਤਾਂ ਹੈਗੀ ਇਹਨਾਂ ਦੀ। ਉੱਥੇ ਇਹ ਟਾਈਮ ਲੈ ਦੇਣ ਪ੍ਰਧਾਨ ਮੰਤਰੀ ਤੋਂ, ਸਾਨੂੰ ਤਾਂ ਟਾਈਮ ਦਿੰਦੇ ਨਹੀਂ ਪ੍ਰਧਾਨ ਮੰਤਰੀ, ਇਹਨਾਂ ਨੂੰ ਟਾਈਮ ਦੇ ਦੇਣ, ਅਸੀਂ ਇਹਨਾਂ ਨਾਲ ਜਾ ਵੜਾਂਗੇ। ਅਸੀਂ ਜਾ ਕੇ ਉਹਨਾਂ ਨੂੰ ਕਹਿ ਦਿਆਂਗੇ, ਕਿਸੇ ਨੂੰ ਕਹਿ ਦਿਓ ਸਾਹਿਬ। ਉਹ ਹੁਣ ਕਹਿੰਦੇ ਬੈਂਸ ਕੇ ਆ ਗਏ ਬੀਨ ਵਜਾਏ ਕਿ ਸੁਣਨ ਨੂੰ ਤੂੰ ਤਿਆਰ ਤਾਂ ਹੋਵੇ। 5 ਲੱਖ ਕਿਸਾਨਾਂ ਦੀ ਨਹੀਂ ਸੁਣਦੇ ਤੇ ਉਹ ਤੁਹਾਡਾ ਕੀ ਖਿਆਲ ਹੈ 117 ਅਸੀਂ ਇਕੱਠੇ ਹੋ ਗਏ ਜਾਵੜੇ ਤੇ ਸਾਡੀ ਸੁਣ ਲੈਣ। ਫਿਰ ਹੱਲ ਕੀ ਹੈ ਜਾਖੜ ਸਾਹਿਬ? ਡੈਮੋਕ੍ਰੇਸੀ 'ਚ ਲੋਕ ਵੱਡੇ ਹੁੰਦੇ ਆ, ਲੋਕਤੰਤਰ ਦੇ ਅੰਦਰ ਤਾਂ ਐਜੀਟੇਸ਼ਨ ਕੀਤਾ ਜਾ ਸਕਦਾ ਨਾ। ਫਿਰ ਕਿਸਾਨ ਸੜਕਾਂ ਤੇ ਬੈਠੇ, ਸਰਕਾਰ ਤਾਂ ਬੇਪਰਵਾਹ। ਦੇਖੋ ਹੁਣ ਤੱਕ ਦੀ ਜੋ ਸਰਕਾਰ ਦੀ ਬੋਡੀ ਲੈਂਗੁਏਜ ਹੈ ਜਾਖੜ ਸਾਹਿਬ, ਬੜੀ ਸਪਸ਼ਟ ਜੀ ਗੱਲ ਹੈ। ਪਹਿਲਾਂ ਤਾਂ ਹਿਡਨ ਏਜੰਡਾ ਸਰਕਾਰ ਚਲਾਉਂਦੀ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਅੰਦੋਲਨ ਖਤਮ ਕੀਤਾ ਜਾਵੇ। ਹੁਣ ਤਾਂ ਆਰ-ਪਾਰ ਦੀ ਲੜਾਈ ਆ। ਹੁਣ ਤਾਂ ਸ਼ਰੇਆਮ ਕਿੱਲਾਂ ਤੱਕ ਵੀ ਰੋਡ ਤੇ ਲਾ ਦਿੱਤੀਆਂ ਗਈਆਂ, ਇੰਟਰਨੈਟ ਸੇਵਾਵਾਂ ਸਭ ਕੁਝ ਬੰਦ ਕਰ ਦਿੱਤਾ ਗਿਆ। ਸਵਾਲ ਇਹ ਹੈ ਕਿ ਸਰਕਾਰ ਦੀ ਨੀਤੀ ਤੇ ਨੀਅਤ ਦੋਵੇਂ ਹਾਲ ਦੀ ਘੜੀ ਲੱਗਦੀਆਂ ਨਹੀਂ ਹੈ ਕਿ ਕਾਨੂੰਨ ਰੱਦ ਹੋਣਗੇ। ਬੜੀ ਸਪਸ਼ਟ ਗੱਲ ਹੈ। ਬਿਲਕੁਲ ਨਹੀਂ ਹੁੰਦੀ। ਤੁਹਾਡੀ ਅਸੈਸਮੈਂਟ ਕੀ ਹੈ ਮਸਲੇ ਦਾ? ਹੁਣ ਹੱਲ ਕੀ ਹੋਊਗਾ? ਪਹਿਲਾਂ ਮੈਂ ਤੁਹਾਡਾ ਜਿਹੜਾ ਸਵਾਲ ਇਹਨੂੰ ਉਲਟ ਕਰਕੇ ਤੁਸੀਂ ਬਾਅਦ 'ਚ ਜਿਹੜੀ ਗੱਲ ਕਹੀ ਹੈ ਵੀ ਇਹਦਾ ਹੱਲ ਕੀ ਹੋਊਗਾ ਜੀ, ਇਹਦਾ ਹੱਲ ਸਾਡੇ ਵਾਲੇ ਜਥੇਬੰਦੀਆਂ ਬੈਠੇ ਰਹਿਣ, ਹਰਿਆਣਾ ਬੈਠਾ ਰਵੇ, ਪੰਜਾਬ ਬੈਠਾ ਰਵੇ, ਉਹਨਾਂ ਦੇ ਜੂੰ ਨਹੀਂ ਰੇਂਗਦੀ ਜੀ। ਅਸੀਂ 5 ਲੱਖ 10 ਲੱਖ ਹੋ ਜਾਈਏ, ਜੂੰ ਨਹੀਂ ਰੇਂਗਦੀ ਉਹਨਾਂ ਦੀ। ਜੇ ਮਾੜਾ ਮੋਟਾ ਕਿਤੇ ਆਸ ਬੱਝੀ ਹੈ ਉਹ ਹੈ ਵੀ ਯੂਪੀ ਵਾਲੇ ਉਤਰੇ, ਤੁਹਾਨੂੰ ਉਹਨਾਂ ਦਾ ਟਿਕਾ ਜੀ ਨਵੀਂ ਜਾਣ ਪਾਈ ਉਹਨਾਂ ਨੇ ਨਾ ਨਹੀਂ ਸਭ ਜਾਨ ਤਾਂ ਪਾਈ ਹੈ। ਜਾਨ ਤਾਂ ਇੱਧਰ ਕਿਹੜੇ ਬੰਦੇ ਘੱਟ ਸੀਗੇ ਸਭ। ਚਲੋ ਮੁਰਾਲ ਤੋੜਤਾ ਉਹਨਾਂ ਨੇ, ਸਾਰੀ ਜਥੇਬੰਦੀਆਂ ਡਿਫੈਂਸਿਵ ਹੋ ਗਈਆਂ, ਜਵਾਬ ਦੇਣ ਤੇ ਆ ਗਈਆਂ ਅਸੀਂ ਨਹੀਂ ਕੀਤਾ, ਅਸੀਂ ਨਹੀਂ ਕੀਤਾ। ਠੋਕੇ ਕੋ ਵੀ ਜਿਨ੍ਹਾਂ ਨੇ ਕੀਤਾ ਇਹ ਜਿਹੜੇ ਐਸੇ ਤਾਂ ਇਹਨਾਂ ਨੂੰ ਪਹਿਲਾਂ ਛੇਕਿਆ ਹੋਇਆ ਸੀਗਾ। ਪੰਥ ਚੋਂ ਤਾਂ ਨਹੀਂ, ਅਸੀਂ ਆਪਦੀ ਜਥੇਬੰਦੀਆਂ ਨੂੰ ਛੇਕਤਾ ਸੀ ਵੀ ਇਹ ਬੰਦਾ ਸਾਡੇ ਸਟੇਜ ਤੇ ਨਾ ਆਵੇ। ਉਹ ਜਾ ਕੇ ਉਹ ਲਾਈਵ ਹੋਈ ਜਾਂਦਾ, ਉਹਨੂੰ ਫੜਦੇ ਨਹੀਂ ਤੇ ਇੱਧਰ ਬਰੰਟ ਤੇ ਬਰੰਟ ਕੱਢੀ ਜਾਂਦੇ ਵੀ ਆ ਜਾਓ ਜੀ ਦੇਸ਼ ਦਰੋਹ ਦਾ ਮੁਕੱਦਮਾ ਕਰਤਾ। ਉਹ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਠੋਕ ਕੇ ਆ ਕਰੀ ਕੀ ਜਾਂਦੇ ਹੋ। ਪਰ ਚਲੋ ਉਹਨਾਂ ਦੀ ਸੋਚ ਹੈ, ਉਹਨਾਂ ਨੇ ਉਸ ਗੱਲ ਦੀ ਵੀ ਮਾਫੀ ਮੰਗੀ ਵੀ ਹੋਇਆ ਜੋ ਮਾੜਾ ਹੋਇਆ। ਪਰ ਹੁਣ ਜਿਹੜੀ ਆਸ ਬੱਝੀ ਹੈ ਮੈਨੂੰ, ਟਕੈਤ ਸਾਹਿਬ ਦੀ ਬੰਦੇ ਕਿੰਨੇ ਇਕੱਠੇ ਕਰ ਲਏ ਇਹਦੇ ਕਰਕੇ ਨਹੀਂ। ਉਹ ਐਸਾ ਉੱਥੇ ਵੀ ਇਲੈਕਸ਼ਨ ਹੈ ਯੂਪੀ ਦੇ ਅੰਦਰ। ਅੱਛਾ, ਸਾਡੇ ਵਾਲੀ 13 ਸੀਟਾਂ ਦਾ ਮਾਇਨੇ ਨਹੀਂ ਰੱਖਦੀਆਂ, ਯੂਪੀ ਵਾਲੇ ਮਾਇਨੇ ਰੱਖਦੇ ਆ ਸਾਹਿਬ। ਇਲੈਕਸ਼ਨ ਹੀ ਮਸਲੇ ਹੱਲ ਕਰਾਉਂਦਾ। ਬਿਲਕੁਲ ਸਾਹਿਬ, ਮੇਰਾ ਮੰਨਣਾ ਹੈ ਇਸ ਸਾਰੇ ਮਸਲੇ ਦਾ ਜਵਾਬ ਲੋਕਤਾਂਤਰਿਕ ਤਰੀਕੇ ਨਾਲ ਦਿੱਤਾ ਜਾਊਗਾ। ਮੋਦੀ ਸਾਹਿਬ ਵਾਲੀ ਕਲਮ ਇਸ ਕਰਕੇ ਨਹੀਂ ਤਗੜੀ ਵੀ ਉਹ ਮਹਿੰਗੀ ਬਹੁਤ ਹੈ, ਪਤਾ ਨਹੀਂ ਕਰੋੜ ਦੀ ਲਈ ਫਿਰਦੇ ਆ ਜੇਬ 'ਚ ਕਲਮ ਜਾਂ ਕਿੰਨੇ ਦੀ ਹੈ, ਕਿਉਂਕਿ ਸੂਟ ਬਹੁਤ ਮਹਿੰਗਾ ਸੀਗਾ, 2-3 ਕਰੋੜ ਰੁਪਏ ਦਾ ਆਕਸ਼ਨ ਹੋਇਆ, ਪਤਾ ਨਹੀਂ ਪੈਨ ਕਿੰਨੇ ਦਾ। ਪਰ ਉਹ ਚਾਹੇ ਪੈਨਸਲ ਨਾਲ 2 ਰੁਪਏ ਦੀ ਪੈਨਸਲ ਨਾਲ ਲਿਖਣ, ਉਹਦੇ ਵਿੱਚ ਲੋਕਾਂ ਦੀ ਤਾਕਤ ਬੋਲਦੀ ਹੈ। ਰਾਜਨੀਤਿਕ ਸੁਨੇਹਾ ਚਾਹੀਦਾ ਹੈ। ਸੋਢੀ ਸਾਹਿਬ ਇੱਥੇ ਕਿਸੇ ਬੀਜੇਪੀ ਆਗੂ ਸਾਡੇ ਉਹਨਾਂ ਦੇ ਜਾ ਕੇ ਤੀਕਸ਼ਣ ਸੂਦ ਜੀ ਦੇ ਜਾ ਕੇ ਗੰਦ ਸਿੱਟੇ, ਮੈਂ ਇਹਨਾਂ ਗੱਲਾਂ ਦਾ ਬਿਲਕੁਲ ਮੈਂ ਹਿਮਾਇਤੀ ਨਹੀਂ ਸਾਹਿਬ, ਬਿਲਕੁਲ ਗਲਤ ਹੈ। ਉਹਨੂੰ ਨਾਅਰੇਬਾਜ਼ੀ ਕਰਨਾ, ਧੱਕਾ ਮੁੱਕੀ ਬਿਲਕੁਲ ਨਹੀਂ ਸਾਹਿਬ। ਰਾਜਨੀਤਿਕ ਬੰਦਾ ਰਾਜਨੀਤਿਕ ਕਰੰਟ ਨਾਲ ਹੀ ਸਮਝਦਾ ਸਾਹਿਬ, ਅਦਰਵਾਈਜ਼ ਨਹੀਂ ਸਮਝਦਾ। ਅਹੰਕਾਰ ਦੀ ਚਰਬੀ ਐਡੀ ਚੜੀ ਹੋਈ ਹੈ, ਬਾਕੀ ਗੱਲਾਂ ਤਾਂ ਹੈ ਹੀ ਨਹੀਂ। ਉਹਨਾਂ ਨੇ ਤਾਂ ਉਸ ਜਿਹੜਾ ਗੋਇਆ ਸਿੱਟ ਗਏ ਉਹਨੂੰ ਕਹਿ ਦਿੰਦੇ ਆ ਤਾਂ ਕੋਹਿਨੂਰ ਕੇ ਬਰਾਬਰ। ਇਹਨਾਂ ਦੇ ਬੀਜੇਪੀ ਦਾ ਪੱਤਰਕਾਰ ਕਹਿ ਰਿਹਾ ਸੀਗਾ ਵੀ ਇਹ ਤਾਂ ਕੋਹਿਨੂਰ ਕੇ ਬਰਾਬਰ ਹੈ, ਇਹਨਾਂ ਨੂੰ ਤਾਂ ਕੋਹਿਨੂਰ ਸਮਝ ਕੇ ਲੈ ਲੈਣਾ। ਪਰ ਰਾਜਨੀਤਿਕ ਝਟਕਾ ਸਾਹਿਬ, ਵੈਦਰ ਇਟ ਇਜ਼ ਮਿਊਨਿਸਪਲ ਇਲੈਕਸ਼ਨ, ਵੈਦਰ ਇਟ ਇਜ਼ ਅਸੈਂਬਲੀ ਇਲੈਕਸ਼ਨ, ਵੈਦਰ ਇਟ ਇਜ਼ ਪਾਰਲੀਮੈਂਟ ਇਲੈਕਸ਼ਨ, ਉਹਦੇ ਵਾਲਾ ਜਿਹੜਾ ਝਟਕਾ ਲੱਗੂਗਾ ਨਾ, ਉਸ ਕਰਕੇ ਯੂਪੀ ਕਰਕੇ ਮੇਰੀ ਮਾੜੀ ਮੋਟੀ ਆਸ ਬੱਝੀ ਹੈ ਵੀ ਰਸਤੇ ਕੋਈ ਨਾ ਕੋਈ ਖੁੱਲਣਗੇ। ਅਦਰਵਾਈਜ਼
ਪਹਿਲੇ ਦਿਨੋਂ ਸਾਹਿਬ ਮੈਂ ਕੋਈ ਅੱਜ ਨਹੀਂ, ਮੈਂ ਇਸ ਤਰ੍ਹਾਂ ਨਹੀਂ ਹੈ ਨਾ ਵਾਂਗੂ ਮੈਂ ਮੁੜ ਜਾ, ਪਹਿਲੇ ਦਿਨ ਵੋਟ ਪਾ ਕੇ ਆਵਾਂ, ਅਗਲੇ ਦਿਨ ਜਾ ਕੇ ਗਵਰਨਰ ਨੂੰ ਦੇ ਆਵਾਂ, ਅਗਲੇ ਦਿਨ ਕਹਿੰਦਾ ਮੈਂ ਤਾਂ ਸਹਿਮਤ ਹੀ ਨਹੀਂ ਇਹਦੇ ਨਾਲ। ਮੈਂ ਪਹਿਲੇ ਦਿਨ ਕਿਹਾ ਸੀ ਵੀ ਆਹ ਜਿਹੜੀ ਲੜਾਈ ਹੈ ਨਾ ਵੀੜੀ ਹੈ ਬੜੀ ਲੰਬੀ ਚੱਲੂਗੀ ਸਾਹਿਬ। ਇੱਕ ਦਿਨ 'ਚ ਕਿਤੇ ਕੋਈ ਆ ਨਹੀਂ ਫਾਸਟ ਫੂਡ ਵਾਸਤੇ ਵੀ ਚੱਕ ਕੇ ਡੋਮਿਨੋ ਨੂੰ ਆਰਡਰ ਕਰਤਾ ਜੀ ਪੀਜ਼ਾ ਭੇਜ ਦਿਓ ਜੀ, ਅਸੀਂ 5 ਲੱਖ ਬੰਦੇ ਆਏ ਆ ਪੀਜ਼ਾ ਭੇਜ, ਨਹੀਂ ਸਾਹਿਬ। ਲੰਬੀ ਲੜਾਈ ਹੈ ਤੇ ਲੜਾਈ ਬਹੁਤ ਹੀ ਖਤਰਨਾਕ ਤੇ ਬਹੁਤ ਹੀ ਇਹਦੀ ਕੀਮਤ ਬਹੁਤ ਚੁਕਾਉਣੀ ਪਊਗੀ। ਜਿਹੜੀਆਂ ਕਿੱਲਾਂ ਲੱਗੀਆਂ ਨੇ ਸਾਹਿਬ, ਸੜਕ 'ਚ ਕਿੱਲਾਂ ਠੋਕੀਆਂ, ਲਾਲਾ ਲਾਜਪਤ ਰਾਏ ਜੀ ਨੇ, ਦੇਖੋ ਪੰਜਾਬ ਦੀ ਧਰਤੀ ਤੇ ਬੈਠੇ ਆ, ਲਾਲਾ ਲਾਜਪਤ ਰਾਏ ਨੇ ਕਿਹਾ ਸੀ ਉਹ ਸਾਈਮਨ ਕਮਿਸ਼ਨ ਜਦੋਂ ਉਹਨਾਂ ਦੀ ਛਾਤੀ ਤੇ ਵੱਜੀਆਂ ਲਾਠੀਆਂ ਕਿ ਮੇਰੇ सीने पे लगने वाली एक एक लाठी इस अंग्रेज सरकार की कफन में एक एक कील साबित होगी। ਹੁਣ ਜਿਹੜੀ ਆ ਕੀਲਾਂ ਠੋਕੀਆਂ, ਦੋ ਕਿਸਮ ਦੇ ਨਤੀਜੇ ਨਿਕਲ ਸਕਦੇ। ਅਗਰ ਲੋਕ ਦੇਸ਼ ਦੇ ਜਾਗਰਤ ਹੋ ਗਏ, ਲੋਕ ਸਮਝ ਗਏ ਵੀ ਆ ਕੱਲਾ ਕਿਸਾਨਾਂ ਦਾ ਨਹੀਂ ਮਸਲਾ, ਆ ਕੱਲਾ ਪੰਜਾਬੀਆਂ ਦਾ ਨਹੀਂ ਮਸਲਾ, ਆ ਮਸਲਾ ਦੇਸ਼ ਦੀ ਆਜ਼ਾਦੀ ਦਾ ਹੈ, ਤਾਂ ਸਭ ਕਿੱਲਾਂ ਠੁਕਣਗੀਆਂ। ਇਸ ਤਾਨਾਸ਼ਾਹ ਸਰਕਾਰ ਦੇ ਕਫਨ ਦੇ ਅੰਦਰ ਕਿੱਲਾਂ ਠੁਕਣਗੀਆਂ ਜੀ। ਜੇ ਨਹੀਂ ਜਾਗੇ ਤੇ ਲੋਕਾਂ ਨਾਲ ਵੀ ਮੇਰਾ ਕੀ ਸਾਨੂੰ ਕੀ ਹੈ, ਤਾਂ ਕਮਲੇ ਜੱਟ ਤੁਰੇ ਫਿਰਦੇ ਆ, ਤਾਂ ਸਭ ਲੋਕਤੰਤਰ ਤੇ ਆਜ਼ਾਦੀ ਦੇ ਕਿੱਲਾਂ ਠੁੱਕ ਗਈਆਂ, ਉਹਨਾਂ ਨੇ ਠੋਕਤੀਆਂ। ਅਸੀਂ ਦੇਖੀ ਜਾਂਦੇ ਆ ਅੱਜ ਜਸਟਿਸ ਉਸਤੇ ਕੀ ਨਾਮ ਗ੍ਰੇਟਾ ਥੁਨਬਰਗ ਤੇ ਕੀਤਾ ਹੈ, ਰਾਜ ਦੇਸਾਈ ਤੇ ਕੀਤਾ ਹੈ, ਸ਼ਿਸ਼ੂ ਥਰੂਰ ਤੇ ਕੀਤਾ ਹੈ, ਦੇਸ਼ ਵਿਰੋਧੀ ਬਣਾਤਾ। नंबर थोड़ा मेरा भी लग जाना साहब, फिर तो कोई रोड़ा ही नहीं भी सुनील जाखड़ ने ये बात कही कैसे, हमें चैलेंज आता। देखो बहुत ही खतरनाक माहौल है सोडी साहब, इट्स नॉट देखो डॉक्टर को जाइदा है किसी भी मेरे जी दर्द हो रहा है एक पासे, तो डॉक्टर जाके देखे कि तेरे ते अंदर कैंसर होया खड़ा, फैलिया खड़ा है, यू हैव ल्यूकेमिया, सारा ब्लड होया खड़ा है। गए तो सी किसानी मसला हल करान, पता लग्या भी लोकतंत्र ही खतरे 'ਚ ਪਿਆ ਖੜਾ ਜੀ। ਮੈਂ ਧੰਨਵਾਦੀ ਹਾਂ ਪੰਜਾਬ ਦੇ ਕਿਸਾਨਾਂ ਦਾ, ਜਥੇਬੰਦੀਆਂ ਦਾ। ਲੜਾਈ ਤਾਂ ਲੜਨ ਚੱਲੇ ਸੀਗੇ, ਹੁਣ ਤਾਂ ਲੜਾਈ ਹੋਰ ਹੀ ਰੰਗ ਹੀ ਹੋਰ ਲੈ ਗਈ ਸਾਹਿਬ। ਆ ਕਲੇਰੀਅਨ ਕਾਲ ਹੈ, ਪਰ ਸਰਕਾਰ ਵੀ ਇਹਨੂੰ ਹੋਰ ਰੰਗ ਦੇ ਰਹੀ ਨਾ। ਸਰਕਾਰ ਨੇ ਨਵਾਂ ਨੈਰੇਟਿਵ ਜਿਹੜਾ ਹੁਣ ਸ਼ੁਰੂ ਕੀਤਾ। ਸਰਕਾਰ ਕਹਿੰਦੀ ਕਿ ਦੀਪ ਸਿੱਧੂ ਵਾਲੇ ਘਟਨਾਕ੍ਰਮ ਨੇ ਸਾਬਤ ਕਰ ਦਿੱਤਾ ਵੀ ਅਸੀਂ ਜੋ ਕਹਿੰਦੇ ਸੀ ਉਹ ਸੱਚ ਹੋ ਗਿਆ। ਹਾਲਾਂਕਿ ਜਥੇਬੰਦੀਆਂ ਨੇ ਦੀਪ ਸਿੱਧੂ ਨੂੰ ਡਿਸਕ੍ਰੈਡਿਟ ਕੀਤਾ ਔਰ ਉਹਦਾ ਬਾਈਕਾਟ ਮੁਕੰਮਲ ਤੌਰ ਤੇ ਪਹਿਲਾਂ ਵੀ ਕਰਤਾ, ਤੇ ਹੁਣ ਵੀ ਉਹ ਕਹਿੰਦੇ ਵੀ ਨਹੀਂ ਦੀਪ ਸਿੱਧੂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਪਰ ਹਾਲੇ ਵੀ ਦੋ ਤਰ੍ਹਾਂ ਦੀ ਚਰਚਾ। ਦੀਪ ਸਿੱਧੂ ਦਾ ਵੀ ਸਮਰਥਕ ਇੱਕ ਹੈ ਜਿਹੜਾ ਕਹਿੰਦਾ ਕੁਝ ਗਲਤ ਨਹੀਂ ਹੋਇਆ, ਤਾਂ ਦੀਪ ਨੂੰ ਇਸ ਤਰ੍ਹਾਂ ਲਾਂਭੇ ਨਹੀਂ ਕਰਨਾ ਚਾਹੀਦਾ। ਜਥੇਬੰਦੀਆਂ ਤੇ ਵੀ ਸਵਾਲ ਖੜੇ ਹੋ ਰਹੇ ਆ, ਉਹ ਕਹਿੰਦੇ ਕਿ ਇਹ ਸਾਰੇ ਕਾਮਰੇਡ ਹੈਗੇ ਆ ਤੇ ਕਿਤੇ ਨਾ ਕਿਤੇ ਰਿਲੀਜਨ ਦੀ ਗੱਲ ਨਹੀਂ ਹੋਣ ਦਿੰਦੇ। ਹਾਲਾਂਕਿ ਤੁਹਾਨੂੰ ਕੀ ਲੱਗਦਾ ਜੋ ਇਹ ਘਟਨਾਕ੍ਰਮ ਹੋਇਆ ਉਹਦੇ ਤੇ ਤੁਹਾਡਾ ਕੀ ਪ੍ਰਤੀਕਰਮ ਹੈ? ਜਿਹੜਾ ਸਰਕਾਰ ਹੁਣ ਨੈਰੇਟਿਵ ਨਵਾਂ ਸ਼ੁਰੂ ਕਰ ਰਹੀ ਹੈ ਕਿ ਇਹ ਖਾਲਿਸਤਾਨੀ ਏਜੰਡਾ ਸੀ, ਇਹਦੇ ਪਿੱਛੇ ਫੰਡਿੰਗ ਹੋਈ ਹੈ। ਤਰਨਤਾਰਨ ਵਾਲੇ ਮੁੰਡੇ ਜੁਗਰਾਜ ਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਪਲਾਂਟ ਸੀ, ਪੇ ਕਰਕੇ ਉਹਨੂੰ ਲਿਆਂਦਾ ਗਿਆ। ਤੁਹਾਨੂੰ ਲੱਗਦਾ ਇਹ ਸਾਰੀਆਂ ਚੀਜ਼ਾਂ ਸਰਕਾਰ ਦੀ ਨਜ਼ਰ 'ਚ ਨਹੀਂ ਹੈਗੀਆਂ ਸੀ ਔਰ ਇਹ ਹਿਡਨ ਏਜੰਡਾ ਚੱਲ ਰਿਹਾ ਸੀ, ਜਾਂ ਫਿਰ ਸਰਕਾਰ ਦੀ ਸਹਿਮਤੀ ਨਾਲ ਸਾਰਾ ਕੁਝ ਹੋਇਆ? ਤੁਸੀਂ ਮੈਨੂੰ ਪਹਿਲਾਂ ਸਵਾਲ ਕੀਤਾ ਸੀ ਵੀ ਕੀ ਮੈਂ ਏਜੰਸੀਆਂ ਤੇ ਸ਼ੱਕ ਕਰ ਰਿਹਾ, ਤਾਂ ਏਜੰਸੀਆਂ ਜਵਾਬ ਦੇਣ ਸਾਹਿਬ। ਜਦੋਂ ਦੇਖੋ डबल स्टैंडर्ड देखो, हर शख्स बना लेता है इखलाक का एक मयार, अपने लिए कुछ और, औरों के लिए कुछ और। ਜਦੋਂ ਕਿਸਾਨ ਜਥੇਬੰਦੀਆਂ ਕੋਠੇ ਤੇ ਚੜ ਚੜ ਕੇ ਕਹਿ ਰਹੀਆਂ ਵੀ ਸਾਡਾ ਇਸ ਸਿੱਧੂ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਤਾਂ ਕਹਿੰਦੇ ਨਹੀਂ ਜੀ ਇਹ ਤਾਂ ਇਹਨਾਂ ਦਾ ਆਪ ਦਾ ਹਿਸਾਬ ਕਿਤਾਬ ਹੈ। ਤੇ ਜਿਸ ਦਿਨ ਸਨੀ ਦਿਓਲ ਕਹਿ ਦਿੰਦਾ ਵੀ ਮੇਰਾ ਇਸੇ ਕੋਈ ਲੈਣਾ ਦੇਣਾ, ਉਹਨੂੰ ਦੇਖੋ ਕਹਿੰਦਾ ਹਮਾਰਾ ਪਰਿਵਾਰਿਕ ਮੈਂਬਰ ਹੈ। ਉਹ ਮਾਤਾ ਜੀ ਨਾਲ, ਪਿਤਾ ਜੀ ਨਾਲ, ਤੇ ਇੱਧਰ PM ਨਾਲ ਤੇ ਹੋਮ ਮਿਨਿਸਟਰ ਨਾਲ ਜੱਫੋ ਜੱਫੀ ਹੋਏ ਖੜੇ ਸਾਰੇ, ਉਹ ਕਹਿ ਦਿੰਦਾ ਉਹ ਮੰਨ ਲੈਂਦੇ ਜੀ ਇਹ ਸਭ ਪਾਕ ਦਮਨ ਹੈ। 545 ਸੀਟਾਂ ਇਲੈਕਸ਼ਨ 'ਚ ਉਤਰੀਆਂ ਬੀਜੇਪੀ ਦੀ 19 ਵਾਲੇ ਪਾਰਲੀਮੈਂਟ ਇਲੈਕਸ਼ਨ 'ਚ। ਸੋਡੀ ਸਾਹਿਬ ਮੈਂ ਚੈਲੰਜ ਕਰਦਾ ਤੁਹਾਨੂੰ, ਤੁਹਾਡੇ ਤੁਸੀਂ ਅੱਜ ਦਿਖਾ ਲਓ, ਚੈੱਕ ਕਰ ਲਓ ਗੂਗਲ ਤੇ ਪੂਰਾ ਸਰਚ ਕਰਕੇ, ਕਿਹੜੇ 545 ਚੋਂ ਕਿਹੜੇ ਮੈਂਬਰ ਨੂੰ ਜਿਹਨੂੰ ਟਿਕਟ ਦਿੱਤੀ ਸੀ ਮੋਦੀ ਸਾਹਿਬ ਮਿਲੇ, ਕਿਹੜਾ ਹੈ ਜਿਹਨੂੰ ਅਮਿਤ ਸ਼ਾਹ ਨੇ ਸ਼ਾਬਾਸ਼ੀ ਦਿੱਤੀ ਵੀ ਜਾ ਕੇ ਲੜੋ? ਉਹ ਸੀਗਾ ਸਨੀ ਦਿਓਲ। ਲੈ ਕੇ ਕੌਣ ਗਿਆ? ਦੀਪ ਸਿੱਧੂ। ਦੋਨੋਂ ਫੋਟੋਆਂ 'ਚ ਆ ਹੈ, ਉਹ ਜਾ ਕੇ ਉਹਦੇ ਤੋਂ ਆਸ਼ੀਰਵਾਦ ਲੈ ਕੇ, ਉਹਦੇ ਬਾਅਦ ਗੁਰਦਾਸਪੁਰ ਆਏ ਵੀ ਜਾ ਕੇ ਉਹ ਬਾਲਾ ਬੋਲਦਾ ਉਹਨੂੰ ਜਾ ਕੇ ਠੀਕ ਕਰਕੇ ਆਓ। ਸਭ ਇਹਦੇ ਬਾਅਦ ਫਿਰ ਕਿੱਥੇ? ਤੁਸੀਂ ਮੰਨਣਾ ਹੀ ਨਹੀਂ, ਮੈਂ ਨਾ ਮੰਨੂ। ਦੀਪ ਕਹਿੰਦਾ ਜੇ ਮੈਨੂੰ ਸਰਕਾਰ ਦਾ ਬੰਦਾ ਕਹਿੰਦੇ ਹੋ ਜਾਂ RSS ਦਾ ਬੰਦਾ ਕਹਿੰਦੇ ਹੋ, ਤਾਂ ਦੀਪ ਸਿੱਧੂ ਕਹਿੰਦਾ ਕਿ ਫਿਰ RSS ਮੈਨੂੰ ਉੱਥੇ ਜਾ ਕੇ ਰਾਜ ਕਰੇਗਾ। ਕਹਿੰਦਾ ਉਹ ਮੈਨੂੰ ਝੰਡਾ ਲਹਿਰਾਉਣ ਦੇਣਗੇ, ਨਿਸ਼ਾਨ ਸਾਹਿਬ ਲਹਿਰਾਉਣ ਦੇਣਗੇ, ਇਸ ਤਰ੍ਹਾਂ ਦੀ ਗੱਲ ਕਰਨ ਦੇਣਗੇ ਕਿ ਖਾਲਸੇ ਦਾ ਰਾਜ ਹੋਵੇਗਾ। ਹਾਲਾਂਕਿ ਉਹ ਕਹਿੰਦਾ ਖਾਲਿਸਤਾਨ ਦੀ ਮੈਂ ਕੋਈ ਗੱਲ ਨਹੀਂ ਕੀਤੀ, ਪਰ ਜਿਸ ਤਰ੍ਹਾਂ ਨੈਸ਼ਨਲ ਮੀਡੀਆ ਤੇ ਸਰਕਾਰ ਦੇ ਕੁਝ ਬੰਦੇ ਕਹਿੰਦੇ ਆ ਕਿ ਉੱਥੇ ਰਾਜ ਕਰੇਗਾ ਖਾਲਸਾ ਦੇ ਝੰਡੇ ਹੈਗੇ ਸੀ, ਉਹ ਕਹਿੰਦਾ ਮੈਂ ਤਾਂ ਨਿਸ਼ਾਨ ਸਾਹਿਬ ਜਾ ਕੇ ਉੱਥੇ ਲਹਿਰਾਇਆ, ਜਿਹੜਾ ਕਿ 26 ਜਨਵਰੀ ਦੀ ਝਾਕੀ ਦੇ ਵਿੱਚ ਵੀ ਹੈਗਾ ਸੀਗਾ
ਤੇ ਜਿਹੜਾ ਨਿਸ਼ਾਨ ਸਾਹਿਬ ਚਾਈਨਾ ਤੇ ਜਦੋਂ ਸਾਡੀ ਫੌਜ ਮੋਰਚਾ ਫਤਿਹ ਕਰਦੀ ਹੈ ਉੱਥੇ ਵੀ ਲਹਿਰਾਇਆ ਜਾਂਦਾ ਹੈ। ਦੇਖੋ ਨਿਸ਼ਾਨ ਸਾਹਿਬ ਦਾ ਤਾਂ ਖੁਦ ਪ੍ਰਧਾਨ ਮੰਤਰੀ ਮੋਦੀ ਜਿਸ ਦਿਨ ਸ਼ਹੀਦੀ ਦਿਹਾੜਾ ਸੀਗਾ ਗੁਰੂ ਤੇਗ ਬਹਾਦਰ ਜੀ ਦਾ, ਉਸ ਤੋਂ ਅਗਲੇ ਦਿਨ ਚਲੋ ਚੇਤਾ ਆਇਆ ਉਹਨਾਂ ਨੂੰ, ਅਗਲੇ ਦਿਨ ਜਾ ਕੇ ਮੱਥਾ ਟੇਕ ਕੇ ਉਹਨਾਂ ਨੇ ਉੱਥੇ ਵੀ ਨਿਸ਼ਾਨ ਸਾਹਿਬ ਬੰਨ ਰੱਖੇ। ਨਿਸ਼ਾਨ ਸਾਹਿਬ ਦਾ ਤਾਂ ਰੌਲਾ ਹੀ ਨਹੀਂ ਸਾਹਿਬ। ਨਿਸ਼ਾਨ ਸਾਹਿਬ ਨੂੰ ਤਾਂ ਦੇਖੋ, ਨਿਸ਼ਾਨ ਸਾਹਿਬ ਦੇ ਜਰੀਏ ਜਿਹੜੀ ਮੈਂ ਗੱਲ ਕਹਿ ਰਿਹਾ, ਉਹ ਆਪਣੇ ਆਪ ਨੂੰ ਮੇਨ ਕਰੈਕਟਰ ਸਮਝਦਾ, ਉਹ ਤਾਂ ਪਿੱਠੂ ਹੈ। ਉਹਨਾਂ ਨੇ ਇਸਤੇਮਾਲ ਕੀਤਾ ਸਿੱਧੂ ਨੂੰ, ਸਿੱਧੂ ਨੂੰ ਤਾਂ ਇਸਤੇਮਾਲ ਕਰਕੇ ਉਹਨਾਂ ਨੂੰ ਵੀ ਆ ਠੀਕ ਹੈ, ਗੀਤ ਗੂਤ ਗਾਉਂਦਾ ਹੈ, ਲੋਕਾਂ ਦੇ ਵਿੱਚ ਬਣਿਆ ਫਿਰਦਾ, ਤੈਨੂੰ ਅੱਗੇ ਕਰ ਲਓ, ਇਹਨੂੰ ਲਾ ਕੇ ਚਾਟ ਤੇ ਦੇ ਕੇ ਲਾ ਲਿਆ, ਉਹਨੂੰ ਤਾਂ ਇਸਤੇਮਾਲ ਕਰਕੇ ਹੁਣ ਦੇਖਿਓ ਉਹਦੇ ਨਾਲ ਬਣਦਾ ਕੀ ਹੈ। ਜਦੋਂ ਪ੍ਰੈਸ਼ਰ ਪਊਗਾ, ਹੀ ਇਜ਼ ਅ ਫਾਲ ਗਾਏ। ਵੱਡੇ ਲੀਡਰ ਹੈ, ਵਿਚਾਲੇ ਰੱਖਦੇ ਆ ਸਭ ਦੇਰ ਆਰ ਲੇਅਰਸ ਨੂੰ ਬਲੀ ਦਾ ਬੱਕਰਾ ਬਣਾਈ ਤੁਰੇ ਆਣਗੇ। ਉਹ ਉਹਨਾਂ ਦੇ ਚਾਟ ਚੜ ਗਿਆ ਵੀ ਮੈਂ ਫੰਨੇ ਕਾਂ ਕਰ ਦੂੰਗਾ। ਨਿਸ਼ਾਨ ਸਾਹਿਬ ਨੂੰ ਤਾਂ ਸਾਰੀ ਦੁਨੀਆ ਮੰਨਦੀ ਹੈ ਸਾਹਿਬ। ਨਿਸ਼ਾਨ ਸਾਹਿਬ ਦਾ ਤਾਂ ਕੋਈ ਚੱਕਰ ਨਹੀਂ। ਰੌਲਾ ਤਾਂ ਆ ਜਿਹੜੇ ਸਾਹਿਬ ਕੁਰਸੀਆਂ ਤੇ ਕਾਲੇ ਅੰਗਰੇਜ਼ ਸਾਹਿਬ ਬੈਠੇ, ਰੌਲਾ ਤਾਂ ਉਹਨਾਂ ਦਾ। ਨਿਸ਼ਾਨ ਸਾਹਿਬ ਨੂੰ ਕਿੱਧਰ ਵਿਚਾਲੇ ਖਿੱਚੀ ਜਾਂਦੇ। ਨਿਸ਼ਾਨ ਸਾਹਿਬ ਨੂੰ ਉਦੋਂ ਨਹੀਂ ਪੁੱਛਿਆ ਇਹਨਾਂ ਨੇ ਜਦੋਂ ਜਾ ਕੇ 15 ਲੱਖ ਲੋਕਾਂ ਨੇ ਤੋੜਤੇ ਸੀਗੇ ਸੜਕਾਂ ਤੇ, ਜਿਹੜੇ ਅੱਜ ਕਹਿੰਦੇ ਆ ਹਮਾਰਾ शर्म झुक जाता है तिरंगा का अपमान देख के, और वहाँ पे निशान साहब देख के। उस दिन नहीं अपमान चुकिया जिस दिन सरकार झगा ਚੱਕੀ ਤੇ ਇਹਨਾਂ ਹੀ ਨਿਸ਼ਾਨ ਸਾਹਿਬ ਦੇ ਹੇਠਾਂ ਉਹਨਾਂ ਦੀ ਛਤਰ ਛਾਇਆ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜੇ ਲੋਕਾਂ ਨੂੰ ਲੰਗਰ ਛਕਾਏ ਹੈ, ਇਹਨਾਂ ਨੇ ਤਾਂ ਸੜਕਾਂ ਤੇ ਤੋਰਤੇ ਸੀ ਸਾਹਿਬ। ਕਿਹੜੇ अपमान से सिर झुकता है इनका जी। अपमान ਕਾਹਦਾ अपमान है, ਮੈਨੂੰ ਦੱਸਣ ਕਿਹੜਾ ਇਹਨਾਂ ਨੇ ਕੁਰਬਾਨੀਆਂ ਦਿੱਤੀ। ਫਿਰ ਉਸੇ ਗੱਲ ਤੇ ਆ ਗਏ। ਪੰਜਾਬ ਦੇ ਤਾਂ ਹਰ ਘਰ ਦੇ ਅੰਦਰ ਜਿਹੜਾ ਝੰਡਾ ਲਿਪਟ ਕੇ ਆਉਂਦੇ ਆ ਸਾਹਿਬ। ਆ ਵੀ ਮੈਂ ਇੱਕ ਮੂਵ ਕਰੂੰਗਾ ਸਾਹਿਬ। ਆਈ ਐਮ ਗੋਇੰਗ ਟੂ ਮੂਵ ਸਮ ਸੋਰਟ ਆਫ ਪਾਰਲੀਮੈਂਟ 'ਚ ਭੇਜਾਂ ਜਾਂ ਕੋਈ ਆਪਣੀ ਰਾਏ ਸਾਡੇ ਲੀਡਰਾਂ ਨੂੰ ਵੀ ਆ ਜਿਹੜਾ ਹਰੇਕ ਕੋਈ 2 ਦਿਨ 'ਚ 2 ਵਾਰੀ ਵੋਟਾਂ ਲੈ ਕੇ ਬਣ ਗਿਆ, ਐਮਐਲਏ ਬਣ ਗਿਆ, ਮੰਤਰੀ ਬਣ ਗਿਆ, ਉਹਦਾ ਵੀ ਹੁੰਦਾ, ਉਹਦੇ ਤੇ ਨਿਸ਼ਾਨ ਪਾ ਦਿੰਦੇ ਆ, ਝੰਡਾ ਪਾ ਦਿੰਦੇ। ਕਿਉਂ ਪਾਣ ਸਾਹਿਬ? ਝੰਡਾ ਸ਼ੁੱਡ ਬੀ ਓਨਲੀ ਰਿਜ਼ਰਵਡ ਫॉर ਪੀਪਲ ਹੂ ਹੈਵ ਗਿਵਨ देयर ਲਾਈਫ ਫॉर द नेशन। ਹਰੇਕ ਨੂੰ ਝੰਡਾ ਪਾ ਕੇ ਕੀ ਕਾਰਵਾਈ ਹੈ, ਮੇਰੀ ਕੀ ਯੋਗਦਾਨ ਹੈ ਵੀ ਮੈਂ 2 ਐਮਐਲਏ ਬਣ ਗਿਆ 3 ਵਾਰੀ, ਇਸ ਕਰਕੇ ਮੇਰੇ ਡੈੱਡ ਬੋਡੀ ਤੇ ਝੰਡਾ ਪਾ ਦਿਓ। ਕੌਣ ਹੁੰਦੇ ਸਭ ਝੰਡੇ ਨੂੰ ਹੱਥ ਲਾਉਣ ਵਾਲੇ? ਇਹ ਕੌਣ ਹੁੰਦੇ ਬੀਜੇਪੀ ਵਾਲੇ ਝੰਡੇ ਨੂੰ? ਉਹਨਾਂ ਨੇ ਕੀਤਾ ਕੀ ਝੰਡੇ ਵਾਸਤੇ? ਉੱਥੇ ਜਵਾਨ ਮਰਵਾਤੇ, ਇੱਥੇ ਕਿਸਾਨ ਮਰਵਾਈ ਜਾਂਦੇ ਹੈ। ਕਿਸਾਨਾਂ ਨੂੰ ਜਵਾਨਾਂ ਨੂੰ ਮਰਵਾਤਾ ਕਿੱਲ ਦੇ ਨਾਲ ਡੰਡੇ ਲੈ ਕੇ। ਚੀਨੀਆਂ ਨੇ ਡੰਡੇ ਨਾਲ ਮਾਰਿਆ ਸਾਹਿਬ। ਉਦੋਂ ਨਹੀਂ ਸ਼ਰਮ ਨਾਲ ਸਿਰ ਚੁੱਕਿਆ ਇਹਨਾਂ ਦਾ, ਨਹੀਂ ਸ਼ਰਮ ਨਾਲ ਸਿਰ ਚੁੱਕਿਆ। ਇੱਥੇ ਕਿਸਾਨਾਂ ਦੇ ਠੋਕੀ ਜਾਂਦੇ ਕਿੱਲ। ਜੈ ਜਵਾਨ ਅਜੇ ਵੀ ਆ ਕੇ ਇੱਥੇ ਲਾਣਗੇ, ਜੈ ਜਵਾਨ ਜੈ ਕਿਸਾਨ। ਮੈਨੂੰ ਆ ਦੱਸ ਰਹੇ ਸੀ ਕਹਿੰਦਾ ਜੀ ਇੱਥੇ ਯਾਤਰਾ ਪਲਾਨ ਕਰ ਰਹੇ ਹੈ, ਤਿਰੰਗਾ ਯਾਤਰਾ। ਆ ਤਿਰੰਗਾ ਯਾਤਰਾ ਨਹੀਂ ਸਾਹਿਬ, ਦੰਗਾ ਯਾਤਰਾ। ਇਹਨਾਂ ਨੂੰ ਤਾਂ ਹੱਕ ਹੀ ਨਹੀਂ ਤਿਰੰਗੇ ਨੂੰ ਹੱਥ ਲਾਉਣ ਦਾ। ਕਿਹੜਾ ਯੋਗਦਾਨ ਹੈ ਇਹਨਾਂ ਦਾ ਕੁਰਬਾਨੀ 'ਚ? ਮੈਨੂੰ ਦੱਸਣ ਤਾਂ ਸੀ ਕਿਹੜੇ ਨੂੰ ਲੈ ਕੇ। ਦੇਖੋ ਤਿਰੰਗਾ ਸਾਰਿਆਂ ਦਾ ਹੈ। ਉਹਨਾਂ ਨੇ ਸ਼ਹੀਦ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਸੀ। ਹਾਂ ਨਹੀਂ ਸੀ ਵੀ ਅੱਗੇ ਕਾਂਗਰਸ ਦਾ ਰਾਜ ਬਣ ਜਾਊਗਾ ਜਾਂ ਬੀਜੇਪੀ ਵਾਲੇ ਆ ਜਾਣਗੇ ਜਾਂ ਕੋਈ ਹੋਰ ਆ ਜਾਊਗਾ। ਆਪਣੇ ਦੇਸ਼ ਵਾਸਤੇ ਕੀਤਾ ਸੀ। ਤਿਰੰਗਾ ਦੇਸ਼ ਦਾ ਹੈ। ਦੇਸ਼ ਨੂੰ ਬਦਨਾਮ ਨਾ ਕਰੋ। ਆ ਕੱਲ ਕਹਿ ਦਿੰਦੇ ਹੈ, ਕਹਿੰਦਾ ਦੇਸ਼ ਕੀ ਬਦਨਾਮੀ ਹੋ ਗਈ। ਨਹੀਂ ਸਾਹਿਬ, ਦੇਸ਼ ਕੀ ਬਦਨਾਮੀ ਨਹੀਂ ਹੋਈ ਸਾਹਿਬ। ਇਹ ਮੋਦੀ ਸਾਹਿਬ ਦੀ ਬਦਨਾਮੀ ਹੈ, ਮੋਦੀ ਸਾਹਿਬ ਦੀ ਸਰਕਾਰ ਦੀ ਬਦਨਾਮੀ ਹੋਈ ਹੈ ਵੀ ਇਹ ਸਰਕਾਰ ਜ਼ਾਲਮ ਸਰਕਾਰ ਬਣੀ ਬੈਠੀ ਹੈ। ਲੋਕਤੰਤਰ ਹਮੇਸ਼ਾ ਕਹਿੰਦੇ ਸੀ ਇੰਡੀਆ ਇਜ਼ ਦਾ ਲਾਰਜੈਸਟ ਡੈਮੋਕ੍ਰੇਸੀ। ਇਜ਼ ਦਿਸ ਅ ਡੈਮੋਕ੍ਰੇਸੀ? ਜਿੱਥੇ ਤੁਸੀਂ ਟਵੀਟ ਕਰਨ ਦੇ ਉੱਤੇ ਇੱਕ ਐਮਪੀ ਦੇ ਉੱਤੇ ਠੋਕਤਾ ਪਰਚਾ, ਇੱਕ ਰਾਜਦੀਪ ਸਾਰ ਦੀ ਜਿਹੜਾ ਇੱਕ ਰਿਪਿਊਟਡ ਜਰਨਲਿਸਟ ਹੈ, ਉਹਦੇ ਤੇ ਤੁਸੀਂ ਦੇਸ਼ ਦਰੋਹ ਦਾ ਪਰਚਾ ਠੋਕਤਾ ਸਾਹਿਬ। ਅੱਛਾ, ਦਿੱਲੀ 'ਚ ਬੈਠੇ ਆ ਤਾਂ ਅਰਵਿੰਦ ਕੇਜਰੀਵਾਲ ਲਗਾਤਾਰ ਇਹ ਦਾਅਵਾ ਕਰਦੇ ਕਿ ਮੈਂ ਬਹੁਤ ਮਦਦ ਕਰ ਰਿਹਾ ਕਿਸਾਨਾਂ ਦੀ, ਸਰਕਾਰੀ ਤੌਰ ਤੇ ਅਸੀਂ ਪੂਰੀ ਸਹਾਇਤਾ ਕਰ ਰਹੇ ਹਾਂ। ਪਿਛਲੇ ਦਿਨ ਬੱਸਾਂ ਕਿਹਨੇ ਦਿੱਤੀਆਂ ਸਭ ਪੁਲਿਸ ਨੂੰ ਢੋਣ ਵਾਸਤੇ? ਵਾਪਸ ਮੰਗਵਾ ਲਈਆਂ ਕਹਿੰਦੇ। ਮੈਂ ਹੁਣ ਦਿੱਤੀਆਂ ਕਿਹਨੇ? ਸਭ ਕੁਝ ਲੁਟਾ ਕੇ ਹੋਸ਼ ਮੇ ਹੈ ਤਾਂ ਕਿਹਨੇ ਦਿੱਤੀਆਂ ਸਭ? ਕਿਹਨੇ ਕੀਤਾ? ਵਾਟ ਆਰ ਯੂ ਡੂਇੰਗ? ਨਥਿੰਗ। ਯੂ ਆਰ ਨਾਟ ਡੂਇੰਗ ਐਨੀਥਿੰਗ। ਤੁਸੀਂ ਕਰੀ ਕੀ ਜਾਂਦੇ ਹੋ? ਕੁਝ ਨਹੀਂ ਕਰੀ ਜਾਂਦੇ। ਤੁਸੀਂ ਬੈਠੇ ਉੱਤੇ ਰੋਟੀਆਂ ਸੇਕੀ ਜਾਂਦੇ ਹੋ, ਨੰਬਰ ਬਣਾ ਰਹੇ ਹੋ ਸਭ। ਪੰਜਾਬ ਦੇ ਮਸਲੇ ਵੱਲ ਮੈਂ ਹੁਣ ਆਉਣਾ ਚਾਹੂੰਗਾ। ਨਗਰ ਨਿਗਮ ਦੀਆਂ ਚੋਣਾਂ ਜਾਖੜ ਸਾਹਿਬ ਚੱਲ ਰਹੀਆਂ ਨੇ। ਖਾਸ ਤੌਰ ਤੇ ਇੱਕ ਮਸਲਾ ਜਿਹੜਾ ਬੀਤੇ ਦਿਨ ਜਿਹੜਾ CBI ਨੇ ਜਿਹੜੀਆਂ ਫਾਈਲਾਂ ਨੇ ਉਹ ਪੰਜਾਬ ਪੁਲਿਸ ਦੇ ਸਿੱਟ ਦੇ ਹਵਾਲੇ ਕਰ ਦਿੱਤੀਆਂ ਨੇ। ਮੇਰੇ ਖਿਆਲ ਪੰਜਾਬ ਹਰਿਆਣਾ ਹਾਈ ਕੋਰਟ 'ਚ ਤਰੀਕ ਤੋਂ ਕੁਝ ਘੰਟੇ ਪਹਿਲਾਂ। ਕੀ ਲੱਗਦਾ ਅਕਾਲੀ ਕਹਿਣ ਲੱਗ ਪਏ ਨੇ ਕਿ ਕੈਪਟਨ ਸਾਹਿਬ ਹੁਣ ਮੁੱਦੇ ਨੂੰ ਡੀਰੇਲ ਕਰਨਾ ਚਾਹੁੰਦੇ ਆ? ਕਿਹੜੇ ਮੁੱਦੇ ਨੂੰ ਸਾਹਿਬ? ਕਹਿੰਦੇ ਮੈਂ ਤਾਂ ਕਹਿੰਦਾ ਗੱਡੀ ਨੂੰ ਵਾਪਸ ਲੈ ਕੇ ਆ ਰਹੇ ਸਰ। ਉਹ ਕਹਿਣ ਲੱਗ ਪਿਆ, ਕਹਿੰਦੇ ਕਿ ਜਿਹੜਾ ਕਿਸਾਨੀ ਵਾਲਾ ਮਸਲਾ ਉਹ ਡੀਰੇਲ ਹੋਊਗਾ ਤੇ ਕੈਪਟਨ ਸਾਹਿਬ ਸਾਡੇ ਨਾਲ ਹੁਣ ਖੁੰਦਕ ਕੱਢਣ ਵਾਲੇ ਪਾਸੇ ਆਉਣਗੇ। ਦੇਖੋ ਸਾਹਿਬ, ਕੀ ਲੱਗਦਾ? ਚੋਰ ਕੀ ਦਾੜੀ में तिनका ਨਿਬੇੜ ਦੋਗੇ ਇਲੈਕਸ਼ਨ ਤੋਂ ਪਹਿਲਾਂ? ਚੋਰ ਕੀ ਦਾੜੀ में तिनका ਸਾਹਿਬ। ਮੈਂ ਤਾਂ ਦੇਖੋ ਨਿਬੇੜਨਾ ਨਾ ਨਿਬੇੜਨਾ ਸਰਕਾਰ ਆਮ ਪਾਰਟੀ। ਚੋਰ ਨੂੰ ਫੜਦੇ ਕਿਉਂ ਨਹੀਂ ਤੁਸੀਂ? ਇਹ ਦਾੜੀ ਤਿਨਕਾ ਹੈ ਸਾਰਾ ਕੁਝ। ਦੇਖੋ ਬਿਨਾਂ ਸਬੂਤਾਂ ਨਹੀਂ ਸਾਹਿਬ। ਅਸੀਂ ਇਹਨਾਂ ਵਾਂਗੂ ਨਹੀਂ ਵੀ ਅਸੀਂ ਦੇਖ ਲੈਂਗੇ ਹਮ ਠੋਕ ਦੇਂਗੇ। ਫਿਰ ਤਾਂ ਸਾਡੇ 'ਚ ਤੇ ਉਤਲਿਆਂ 'ਚ ਕੀ ਫਰਕ ਰਹਿ ਗਿਆ? ਸਾਰਿਆਂ ਤੇ ਦੇਸ਼ ਦਰੋਹ ਦਾ ਬਣਾ ਕੇ ਅੰਦਰ ਠੋਕ ਦਈਏ। ਨਹੀਂ ਸਾਹਿਬ, ਇਹ ਤਾਂ ਦੇਖੋ ਕਾਨੂੰਨੀ ਪ੍ਰੋਸੈਸ ਹੈ। ਜਿਸ ਦਿਨ ਅੱਜ ਕੈਪਟਨ ਸਾਹਿਬ ਦਾ ਬੜੇ ਗੰਭੀਰਤਾ ਨਾਲ ਉਹਨਾਂ ਦਾ ਬਿਆਨ ਆਇਆ ਵੀ ਜਿਸ ਦਿਨ ਆ ਪਾਸੇ ਹੋਏ ਨਾਲ ਦੀ ਨਾਲ ਫਾਈਲਾਂ ਕੱਢਤੀਆਂ।
ਇਹੀ ਅੜਚਨ ਸੀਗੀ, ਉੱਥੇ ਬੈਠੇ ਸੀਗੇ, ਭਾਗੀਦਾਰ ਸੀ, ਉਹਨਾਂ ਨੇ ਦੇਖ ਲਿਆ ਤਾਂ ਇਹਨਾਂ ਨੇ ਨਾ ਸਿਰਫ ਕਿਸਾਨਾਂ ਦੇ ਪਿੱਠ 'ਚ ਛੁਰਾ ਮਾਰਿਆ, ਉੱਥੇ ਮੋਦੀ ਸਾਹਿਬ ਜਿਹੜੇ ਇਹਨਾਂ ਦੇ ਸਹਿਯੋਗੀ ਸੀ ਉਹਨਾਂ ਦੇ ਪਿੱਠ 'ਚ ਛੁਰਾ ਮਾਰ ਕੇ ਆ ਗਏ। ਉਹਨਾਂ ਨੇ ਕਿਹਾ ਲੈ ਜਾਓ ਕੈਪਟਨ ਸਾਹਿਬ, ਫਾਈਲਾਂ ਨਿਬੇੜੋ ਕੰਮ ਇਹਨਾਂ ਦਾ। ਸੋ ਇਟ ਇਜ਼ ਆਲ ਦੇਅਰ ਸਾਹਿਬ। ਦੂਜੇ ਪਾਸੇ ਦੇਖੋ ਹੋ ਕੀ ਰਿਹਾ, ਤੁਸੀਂ ਮਿਊਨਿਸਪਲ ਇਲੈਕਸ਼ਨਾਂ ਦੀ ਗੱਲ ਕੀਤੀ। ਮਿਊਨਿਸਪਲ ਇਲੈਕਸ਼ਨਾਂ ਦੇ ਵਿੱਚ ਅਜੇ ਵੀ ਗੰਢ ਧੁੱਪ ਇਹਨਾਂ ਦੀ ਫੇਰ ਉੱਥੇ ਦੀ ਉੱਥੇ ਹੈ, ਕਿਤੇ ਆਪਸ 'ਚ ਰਲ ਕੇ ਲੜੀ ਜਾਂਦੇ, ਕਿਉਂਕਿ ਕੈਂਡੀਡੇਟ ਹੈ ਨਹੀਂ ਦੋਨਾਂ ਕੋਲ। ਹੁਣ ਆਪਸ 'ਚ ਲੜ ਕੇ ਖਬਰਾਂ ਵੀ ਵੇਖੀਆਂ ਮੈਂ, ਕਹਿੰਦੇ ਕਿ ਲੱਕੜ ਦੇ ਨਾਲ ਲੋਹਾ ਵੀ ਤਰ ਗਿਆ ਕਈ ਥਾਵਾਂ ਦੇ। ਭਾਜਪਾ ਵਾਲੇ ਕਹਿੰਦੇ ਸੁਖਬੀਰ ਸਿੰਘ ਪਤਾ ਨਹੀਂ ਕੌਣ ਲੱਕੜ ਹੈ ਕੌਣ ਲੋਹਾ ਹੈ। ਸਾਡੇ ਵਾਸਤੇ ਤਾਂ ਦੋਨੋਂ ਹਿੰਦੁਸਤਾਨ ਦੇ ਪੰਜਾਬ ਦੇ ਭਵਿੱਖ ਦੇ ਉੱਤੇ ਆ ਨਜ਼ਰ ਬੱਟੂ ਹੈ, ਤੇ ਲੱਗਦਾ ਹੈ ਵੀ ਐਤਕੀ ਲੋਕ ਇਹਨਾਂ ਨੂੰ ਸਬਕ ਸਿਖਾਉਣਗੇ। ਸੁਖਬੀਰ ਬਾਦਲ ਬੜੇ ਐਕਟਿਵ ਹੈ ਨਗਰ ਨਿਗਮ ਚੋਣਾਂ 'ਚ, ਜਲਾਲਾਬਾਦ ਵਾਲਾ ਮਸਲਾ ਹੋਵੇ, ਮੁਕਤਸਰ ਹੋਵੇ, ਅਬੋਹਰ ਹੋਵੇ, ਤੁਹਾਡੇ ਹਬੋਰ ਵੀ ਗਏ ਮੇਰੇ ਖਿਆਲ ਅੱਜ ਜਾਂ ਕੱਲ੍ਹ। ਕਹਿੰਦੇ ਉਧਰਲੇ ਪਾਸੇ ਜ਼ਿਆਦਾ ਧੱਕੇ, ਤੁਹਾਡੇ ਵਾਲੇ ਹਲਕੇ 'ਚ ਬੜਾ ਫੋਕਸ ਹੈ ਇਹਨਾਂ ਦਾ। ਕਹਿੰਦੇ ਬੜੀ ਧੱਕੇਸ਼ਾਹੀ ਕਰ ਰਹੀ ਹੈ ਕਾਂਗਰਸ, ਕਹਿੰਦੇ ਡੈਮੋਕ੍ਰੇਸੀ ਦਾ ਘਾਣ ਕਰ ਰਿਹਾ। ਸੁਖਬੀਰ ਸਿੰਘ ਬਾਦਲ ਦੀ ਗੱਡੀ ਤੇ ਹਮਲਾ ਹੁੰਦਾ, ਉਹ ਕਹਿੰਦੇ ਕਿ ਕਾਂਗਰਸੀ ਕਰਵਾਉਂਦੇ ਨੇ। ਇਹਨਾਂ ਇਲਜ਼ਾਮਾਂ ਨੂੰ ਸੁਖਬੀਰ ਸਿੰਘ ਬਾਦਲ ਦੇ ਨੂੰ ਕਿਵੇਂ ਵੇਖਦੇ ਹੋ? ਮੈਂ ਸਭ ਤੋਂ ਪਹਿਲਾਂ ਤਾਂ ਜਿੱਥੇ ਤਾਈਂ ਉਹਨਾਂ ਨੂੰ ਧੱਕੇਸ਼ਾਹੀ ਦਾ ਖਤਰਾ ਹੈ, ਮੈਂ ਤਾਂ ਬਾਰ-ਬਾਰ ਕਹਿ ਰਿਹਾ ਵੀ ਜੇ ਕੋਈ ਇਹ ਪ੍ਰੋਵੀਜ਼ਨ ਹੈ ਤਾਂ ਆਪਾਂ ਕਹਿ ਕੇ, ਮੈਂ ਤਾਂ ਪਹਿਲਾਂ ਵੀ ਕਿਹਾ ਸੀ ਵੀ ਜੇ ਇਹਨਾਂ ਨੇ CASF ਮੰਗਵਾਉਣੀ ਹੈ ਤਾਂ ਉਹ ਮੰਗਵਾ ਲੈਣ, ਉਹ ਲਵਾ ਲੈਣ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ, CASF ਲਵਾ ਕੇ ਕਰ ਲੈਣ ਉਹ ਵੀ। ਅਗਰ ਨਹੀਂ, ਅਦਰਵਾਈਜ਼ ਇਹਨਾਂ ਨੂੰ ਲੱਗਦਾ ਵੀ ਕਿਤੇ ਇਹਨਾਂ ਦੇ ਰਿਜੈਕਟ ਹੋ ਗਏ ਜਾਂ ਨਹੀਂ ਪਰਚੇ ਬਣ ਦਿੱਤੇ, ਤੇ ਆਪਾਂ ਚੱਲ ਕੇ ਇਲੈਕਸ਼ਨ ਸਟੇਟ ਕਮਿਸ਼ਨ 'ਚ ਰਿਕੁਐਸਟ ਕਰ ਲੈਂਦੇ ਵੀ ਐਕਸਟੈਂਡ ਕਰ ਦਿਓ, 2 ਦਿਨ ਹੋਰ ਇਹਨਾਂ ਦੇ ਪਵਾ ਲਓ। ਦੇ ਸ਼ੁੱਡ ਬੀ ਏਬਲ ਟੂ ਕੰਟੈਸਟ, ਦੇ ਸ਼ੁੱਡ ਕੰਟੈਸਟ। ਲੋਕਾਂ ਨੂੰ ਪਤਾ, ਮੈਂ ਜਿਹੜੀ ਡੈਮੋਕ੍ਰੈਟਿਕ ਮੀਨਸ ਦੀ ਗੱਲ ਕਰੀ ਜਾਂਦਾ ਸਾਹਿਬ, ਸੁਨੇਹਾ ਉਦੋਂ ਹੀ ਲੱਗੂਗਾ ਜਦੋਂ ਸਾਹਮਣੇ ਭਲਵਾਨ ਕੋਈ ਖੜਾ ਹੋਊਗਾ ਸਾਹਿਬ। ਇਹਨਾਂ ਵਾਂਗੂ ਇਹਨਾਂ ਨੂੰ ਤਾਂ ਨਿਬੇੜਤਾ ਸੀ, ਕਿਸੇ ਨੂੰ ਭਰ ਨਹੀਂ ਦਿੱਤਾ। ਫੈਕਟ ਨਾਲ ਗੱਲ ਕਰੀਏ ਸਾਹਿਬ, ਰਾਜਨੀਤਿਕ ਗੱਲਾਂ ਸਿਰਫ 117 ਮਿਊਨਿਸਪਲ ਇਲੈਕਸ਼ਨਸ ਹੈਗੇ ਸ਼ਾਇਦ ਜੀ। ਕਿੱਥੇ ਪੰਗਾ ਹੋਇਆ? ਜਲਾਲਾਬਾਦ। ਕਿੱਥੇ ਪੰਗਾ ਹੋਇਆ? ਜਿੱਥੇ ਜਿੱਥੇ ਇਹਨਾਂ ਦਾ ਕਹਿੰਦਾ ਨਾ ਜਹਾਂ ਜਹਾਂ ਪਾਵ ਪੜੇ ਸੰਤਨ ਕੇ, ਉੱਥੇ ਉੱਥੇ ਰੋੜਾ ਹੋ ਗਿਆ। ਨਾਲ ਮੇਰੇ ਕੋਲ ਫੋਟੋਗ੍ਰਾਫਸ, ਮੈਂ ਤੁਹਾਨੂੰ ਇੱਥੇ ਦੇ ਕੇ ਜਾਊਂਗਾ ਸਾਹਿਬ, ਦੋਜ਼ ਪੀਪਲ, ਦੋਜ਼ ਵੀਡੀਓ ਜਿਹੜੇ ਇਹਨਾਂ ਦੇ ਨਾਲ ਪ੍ਰਧਾਨ ਜੀ ਦੇ ਇਹਨਾਂ ਦੇ ਨਾਲ ਆਏ ਹੈ ਜੀ, ਜਿਨ੍ਹਾਂ ਨੇ ਆ ਉਕਸਾ ਕੇ ਉੱਥੇ ਦੰਗਾ ਕਰਾਇਆ ਜਲਾਲਾਬਾਦ। 2 ਬੰਦੇ ਤਾਂ ਬਾਈ ਨੇਮ ਆਈ ਕੈਨ ਮੈਂਸ਼ਨ ਯੂ। ਇੱਕ ਕੋਈ ਇੰਨਾ ਖੇੜਾ ਦਾ ਬਦਮਾਸ਼ ਸੀ, ਨੋਨ ਗੈਂਗਸਟਰ, ਜਿਹੜਾ ਉੱਥੇ ਕਹਿ ਰਿਹਾ ਇਹਨਾਂ ਦੇ ਨਾਲ ਆਇਆ, ਉਹ ਮੁਕਤਸਰੋਂ ਚੱਲ ਕੇ ਇੱਥੇ ਆ ਕੇ ਦੰਗੇ ਕਰਾ ਰਿਹਾ। ਉਹਦੇ ਤੇ ਮੇਰੇ ਖਿਆਲ 8 ਕੇਸਿਸ ਹੈ, ਆਲ ਅੰਡਰ ਆਰਮਸ ਐਕਟ। 2010 ਤੋਂ ਲਗਿਆ ਨਹੀਂ ਵੀ ਪਿਛਲੇ 3 ਸਾਲਾਂ 'ਚ ਕਰਵਾਤੇ, ਕਿਤੇ ਕਹਿ ਦੇਣ 2010 ਤੋਂ ਲੈ ਕੇ ਹੁਣ ਤਾਈਂ 8 ਕੇਸ ਹੈ, ਆਲ ਅੰਡਰ ਆਰਮਸ ਐਕਟ। ਪਰ ਪ੍ਰਸ਼ਾਸਨ ਦਾ ਫਿਰ ਤੁਹਾਡਾ ਵੀ ਫੇਲ ਹੋਇਆ ਨਾ ਸਭ। ਕਿਸੇ ਨੂੰ ਉੱਥੇ ਆਉਣ ਤੋਂ ਤਾਂ ਨਹੀਂ, ਡਿਪਟੀ ਚੀਫ ਮਿਨਿਸਟਰ ਜੇ ਨੂੰ ਰੋਕ ਲਓਗੇ ਤਾਂ ਕਹਿਣਗੇ ਸਾਨੂੰ ਤਾਂ ਵੜਨ ਨਹੀਂ ਦਿੰਦੇ, ਆਓ ਸਾਹਿਬ। ਪਰ ਮਰਿਆਦਾ ਤਾਂ ਇਹ ਦੇਖਣ ਸਾਹਿਬ, ਇਹ ਉਹਨਾਂ ਦਾ ਰੁਤਬਾ ਹੈਗੇ ਸਾਹਿਬ। ਦੇਖੋ ਛੋਟੀ ਗੱਲ ਹੈ ਸਾਹਿਬ, ਉਹ ਹੁਣ ਆ ਗਏ ਇਸ ਲੈਵਲ ਤੇ, ਚਲੋ ਉਹਨਾਂ ਨੇ ਆਪਣਾ ਦੇਖ ਲਿਆ ਕਿੱਥੇ ਜਾ ਕੇ ਪਾਣੀ ਦਾ ਲੈਵਲ ਪਿਆ ਭਾਣ ਲੈ ਲੈ। ਬਟ ਮੈਨੂੰ ਉਮੀਦ ਸੀ ਜਦੋਂ ਆਲ ਪਾਰਟੀ ਮੀਟਿੰਗ 'ਚ ਰਹੇ, ਮੈਂ ਸੁਖਬੀਰ ਜੀ ਅੱਜ ਉੱਥੇ ਮੋਰਚਾ ਲਾਈ ਬੈਠੇ ਹੈ ਪਾਰਲੀਮੈਂਟ 'ਚ, ਕਿਉਂਕਿ ਕਿਸਾਨੀ ਦਾ ਮੁੱਦਾ ਹੈ। ਪਹਿਲੇ ਦਿਨ ਅੱਜ ਡਿਬੇਟ ਚਾਲੂ ਹੋਣੀ ਹੈ। ਬਿਲਕੁਲ। ਮੈਂ ਪੁੱਛਿਆ ਭਗਵੰਤ ਮਾਨ ਜੀ ਨੂੰ, ਮੈਂ ਮਾਨ ਸਾਹਿਬ ਤੁਸੀਂ ਕਿੱਧਰ ਆ ਗਏ? ਕਹਿੰਦੇ ਜੀ ਮੈਂ 4 ਵਜੇ ਡਿਬੇਟ ਚਾਲੂ ਹੋਣੀ ਹੈ, ਮੈਂ ਇੱਥੋਂ ਨਿਕਲ ਕੇ ਸਿੱਧਾ ਜਾਊਂਗਾ ਉੱਥੇ। ਘੱਟੋ ਘੱਟ ਉਹਨਾਂ ਨੇ ਗੱਲ ਕਹੀ ਜੀ। ਸਾਡੇ ਵਾਲੇ ਉੱਥੇ ਤੁਰੇ ਫਿਰਦੇ ਹੈ। ਸੋ ਕੀ ਮੈਂ ਹੁਣ ਕੀ ਕਮੈਂਟ ਕਰਾਂ ਸਾਹਿਬ? ਵਟ ਇਜ਼ ਦੇਅਰ ਲੈਫਟ ਟੂ? ਦੇਖੋ ਇਹਨਾਂ ਨੇ ਕੰਡੇ ਬੀਜੇ ਹੈ ਸਭ, ਇਹ ਸਭ ਜਿਹੜਾ ਇਹਨਾਂ ਨੇ ਹਾਲਾਤ ਬਣਾਏ ਹੈ ਪੰਜਾਬ ਦੇ ਅੰਦਰ, ਆ ਗੈਂਗਸਟਰਸ, ਆ ਜਿਹੜਾ ਬਦਮਾਸ਼ੀ ਵਾਲਾ, ਇਹ ਸਾਰੇ ਇਹਨਾਂ ਦੇ ਬੀਜ ਬੋਏ ਹੋਏ। ਅਸੀਂ ਤਾਂ ਚੁਗ ਰਹੇ ਹਾਂ। ਜਿਵੇਂ ਮੋਦੀ ਸਾਹਿਬ ਨੂੰ ਆ ਜਿਹੜੇ ਕੰਡੇ ਬੀਜੇ, ਕੀਲਾਂ ਬੀਜੀਆਂ, ਆਦੀ ਫਸਲ ਵੀ ਚੁਗਣੀ ਪਊਗੀ ਮੋਦੀ ਸਾਹਿਬ ਨੂੰ। ਆਹ ਹੀ ਕੰਡੇ ਇਹਨਾਂ ਨੇ ਬੀਜੇ ਹੈ। ਨਾਲ ਲੈ ਕੇ ਤੁਸੀਂ 100 ਬੰਦੇ ਇਸ ਕਿਸਮ ਦੇ ਵਿਦ ਗੈਂਗਸਟਰ ਬੈਕਗਰਾਉਂਡ ਲੈ ਕੇ ਜਾਓ, ਦੇ ਕੈਨ ਨਾਟ ਡਿਨਾਈ ਸਾਹਿਬ। ਆਹ ਫੈਕਚੁਅਲ ਪ੍ਰੂਫ। ਮੈਂ ਜਿਹੜੇ ਬੰਦਿਆਂ ਦੇ ਨਾਮ ਲੈ ਰਿਹਾ, ਹੀ ਕੈਨ ਚੈਲੰਜ ਮੀ, ਮੇਰੇ ਤੇ ਕੇਸ ਪਾ ਦੇਣ ਵੀ ਸੁਨੀਲ ਮੈਨੂੰ ਡਿਫੇਮ ਕਰ ਰਿਹਾ। ਆਈ ਹੈਵ ਪ੍ਰੂਫ ਆਫ ਦੋਜ਼ ਕੇਸਿਸ। ਆਖਰੀ ਸਵਾਲ ਹੈ ਮੇਰਾ ਜਾਖੜ ਸਾਹਿਬ, ਬੀਤੇ ਦਿਨ ਮੈਂ ਤੁਹਾਡਾ ਬਿਆਨ ਪੜ੍ਹਿਆ ਕਿ ਪੰਜਾਬ ਨੂੰ ਬੜਾ ਵੱਡਾ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਚੀਜ਼ਾਂ ਹੋ ਰਹੀਆਂ ਨੇ। ਤੁਸੀਂ ਕਿਹਾ ਆਫਟਰ ਆਲ ਸਾਰੇ ਪਾਸੇ ਪੰਜਾਬ ਨੂੰ ਡੈਂਟ ਵੱਜ ਰਿਹਾ, ਚਾਹੇ ਅੰਦੋਲਨ ਹੋ ਰਿਹਾ ਜਾਂ ਇਕਨੋਮਿਕਲੀ ਹੋ ਰਿਹਾ। ਬੀਇੰਗ ਇਹ ਪ੍ਰਧਾਨ ਸੁਭਾਵਕ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਤੁਹਾਡਾ ਤਾਂ ਲਗਾਤਾਰ ਰਾਬਤਾ ਤੇ ਸੰਵਾਦ ਹੁੰਦਾ ਹੋਵੇਗਾ। ਮੈਂ ਫਿਰ ਇੱਕ ਵਾਰ ਸਵਾਲ ਦੁਹਰਾ ਰਿਹਾ ਕਿ ਹੁਣ ਹੋਊਗਾ ਕੀ? ਸਰਕਾਰੀ ਤੌਰ ਤੇ ਕੀ ਸੋਚਿਆ ਜਾ ਰਿਹਾ? ਸਰਕਾਰ ਦੇਖੋ ਆਪਣੇ ਤੌਰ ਤੇ ਜਾ ਕੇ ਫਿਰ ਉਹੀ ਗੱਲ ਆ ਜਾਂਦੀ ਹੈ ਵੀ ਇੱਕ ਡੈਮੋਕ੍ਰੇਸੀ ਦੇ ਅੰਦਰ ਇੱਕ ਫੈਡਰਲ ਸਟਰਕਚਰ ਹੈ ਸਾਹਿਬ, ਸੀ ਸੰਘੀਏ ਢਾਂਚਾ। ਮੈਂ ਉਹ ਕਹਿੰਦਾ ਰੋਈ ਸੀ ਇੱਕ ਧੀ ਪੰਜਾਬ ਦੀ ਤਾਂ ਲਿਖ ਪਾਤੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਵਾਰ ਸ਼ਾਮ। ਬਾਦਲ ਸਾਹਿਬ ਕਿੱਥੇ ਸਾਹਿਬ ਅੱਜ? ਉਹਨਾਂ ਨੇ ਇਹਨਾਂ ਕਾਨੂੰਨਾਂ ਦੇ ਹੱਕ 'ਚ ਆ ਕੇ ਤਾਂ ਬਿਆਨ ਛਡਾ ਕੇ ਸਵਾਲ ਬੜਾ ਉੱਠ ਰਿਹਾ ਹੈ ਕਿ ਬਾਦਲ ਸਾਹਿਬ ਚੁੱਪ ਕਿਉਂ? ਇਸ ਮਸਲੇ ਤੇ ਕਿਉਂ ਚੁੱਪ ਹੈ ਸਾਹਿਬ? ਪੰਜਾਬ ਦੇ ਮਸਲੇ ਸੁਖਬੀਰ ਜੀ ਕਿਉਂ ਨਹੀਂ ਬੋਲਦੇ ਵੀ ਇਹ ਜੋ ਹੋ ਰਿਹਾ ਧੱਕਾ ਹੈ? ਕਿਉਂ ਨਹੀਂ ਆਪ ਵਾਲੇ ਜਾ ਕੇ ਉੱਥੇ ਗੱਲ ਦੀ ਲੜਾਈ ਲੜਦੇ? ਇੱਧਰ ਕਹੀ ਜਾਂਦੇ। ਮੈਂ ਇੱਕ ਬੜੀ ਗੰਭੀਰਤਾ ਨਾਲ ਤੁਹਾਡੇ ਅੱਜ ਤੁਸੀਂ ਬਹੁਤ ਹੀ ਮੇਰੇ ਦਿਲ ਦੀ ਗੱਲ ਜਿਹੜੀ ਕਹਿਤੀ, ਮੈਂ ਕਈ ਦਿਨਾਂ ਤੋਂ ਲਈ ਫਿਰਦਾ ਸੀ ਵੀ ਰੁਲ ਜੂਗੀ ਗੱਲ, ਪਰ 1 ਜਾਂ 2 ਦਿਨ ਬਾਅਦ ਤੁਸੀਂ ਇਸ ਨੂੰ ਗੱਲ ਨੂੰ ਪੂਰਾ ਕਰਕੇ ਨੁਕਸਾਨ ਹੋ ਗਿਆ।
ਜਦੋਂ ਰੇਲ ਗੱਡੀ ਇੱਥੇ ਬੰਦ ਸੀਗੀ, ਇੱਥੇ ਬੈਠੇ ਸੀਗੇ 2 ਮਹੀਨੇ, ਇਹਨਾਂ ਨੇ ਆਪਣਾ ਰੇਲਵੇ ਬਲੌਕੇਡ ਕਰਤਾ ਵੀ ਪੰਜਾਬ 'ਚ ਰੇਲਾਂ ਨਹੀਂ ਆਉਣ ਦਿਆਂਗੇ। ਪਿਊਸ਼ ਗੋਇਲ ਜੀ ਨੇ ਫਰਮਾਨ ਕਰਤਾ, ਚਾਹੇ ਜਥੇਬੰਦੀਆਂ ਹਟ ਗਈਆਂ, ਕਹਿੰਦੇ ਮੈਂ ਨਹੀਂ ਜਾਣ ਦਿੰਦਾ। ਕਣਕ ਬੀਜਣ ਵਾਲੀ ਸੀ ਉਦੋਂ, ਹਾਲਾਂਕਿ 32,000 ਕਰੋੜ ਦਾ ਇੰਡਸਟਰੀ ਨੂੰ ਨੁਕਸਾਨ ਉਦੋਂ ਹੋਇਆ ਸਾਹਿਬ, ਉਹਨੂੰ ਕੋਈ ਕਿਸੇ ਖਾਤੇ 'ਚ ਨਹੀਂ ਪਾਉਂਦਾ। ਉਹਦੇ ਬਾਅਦ ਸਾਡਾ 12 ਜਾਂ 13 ਹੁਣ 13 ਹੋ ਗਿਆ ਸੀ, 13,000 ਕਰੋੜ ਰੁਪਈਆ GST ਦਾ ਰੋਕੀ ਬੈਠੇ ਹੈ। RDF ਦਾ 1200 ਕਰੋੜ ਰੁਪਏ ਰੋਕੇ ਬੈਠੇ ਹੈ। ਪੇਂਡੂ ਵਿਕਾਸ ਫੰਡ ਵਾਲਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦਾ ਜਿਹੜਾ ਹੈ ਉਹ 1200 ਕਰੋੜ ਰੁਪਈਆ ਹੈ। ਆਹੀ 1100 ਕਰੋੜ ਰੁਪਈਆ ਹੈ ਪਬਲਿਕ ਡਿਸਟ੍ਰੀਬਿਊਸ਼ਨ ਜਿਹੜਾ ਹੈਗਾ PDF ਵਾਲਾ ਜਿਹੜੇ ਆਂਦੇ ਹੈ ਫੂਡ ਡਿਸਟ੍ਰੀਬਿਊਸ਼ਨ ਵਾਲਾ, ਜਿਸ ਦੇ ਤਹਿਤ ਕਰੋਨਾ ਦੇ ਟਾਈਮ ਵੰਡੇ ਸੀਗੇ, ਉਹਦੇ ਪੈਸੇ 1100 ਕਰੋੜ ਉਹ ਰੋਕੀ ਬੈਠੇ ਹੈ। ਆ ਤਾਂ ਹੋ ਗਿਆ। ਮੈਂ ਅੱਗੇ ਦੀ ਗੱਲ ਕਰਨਾ ਚਾਹੁੰਦਾ, ਜਿਹਦੇ ਵਾਸਤੇ ਅਗਰ ਕੋਈ ਆਪਾਂ ਵਿਉਂਤਬੰਦੀ ਕਰ ਸਕਦੇ ਹਾਂ, ਜੇ ਸਾਰੀ ਪਾਰਟੀਆਂ ਰਲ ਜਾਣ, ਕਣਕ ਦੀ ਫਸਲ ਆ ਜਾਣੀ ਹੈ। ਦੇਖਿਓ ਵਰਤਦਾ ਕੀ ਹੈ ਪੰਜਾਬ ਦੇ ਨਾਲ। ਆਈ ਹੋਪ ਐਂਡ ਆਈ ਪ੍ਰੇ ਵੀ ਮੈਂ ਗਲਤ ਸਾਬਿਤ ਹੋਵਾਂ। ਸਾਡੀ CCL ਨਹੀਂ ਰਿਲੀਜ਼ ਕਰਨੀ ਜਿਨ੍ਹਾਂ ਨੇ। ਮੈਂ ਕਿਹਾ ਪੰਜਾਬ ਨੂੰ ਸਬਕ ਸਿਖਾਉਣ ਵਾਸਤੇ, ਪੰਜਾਬੀਆਂ ਨੂੰ, ਪੰਜਾਬ ਦੇ ਕਿਸਾਨਾਂ ਨੂੰ ਸਬਕ ਸਿਖਾਉਣ ਵਾਸਤੇ ਤੁਸੀਂ ਦੇਖਿਓ ਬਣਦਾ ਕੀ ਹੈ। ਪਰ ਉਹ ਤਾਂ ਤੁਹਾਡਾ ਕਾਨੂੰਨੀ ਹੱਕ ਨਹੀਂ। ਕਾਨੂੰਨੀ ਹੱਕ ਤਾਂ ਸਾਡਾ GST ਦਾ ਵੀ ਹੈ। ਆ ਤਾਂ ਚਲੋ ਕਹਿ ਦੇਣਗੇ ਵੀ MSP ਇਜ਼ ਨਾਟ ਅ ਸਟੈਚੂਟਰੀ ਓਬਲੀਗੇਸ਼ਨ। GST compensation fund is a statutory obligation, sir. This is their bounden duty of the government, legal duty, constitutional duty। ਵੀ ਸਾਨੂੰ ਦੇਣ ਰੋਕੀ ਬੈਠੇ ਹੈ, ਉਹ ਰੋਕਣਗੇ। ਉੱਥੇ ਤਾਂ ਕਰਾਣਗੇ, ਸਾਡੇ ਤੋਂ ਰਗੜੇ ਲਵਾਣਗੇ ਵੀ ਆਓ ਜੀ, ਜ਼ਲੀਲ ਕਰਨਗੇ। ਸ਼ਾਇਦ ਰਿਲੀਜ਼ ਹੋ ਜੇ, ਪਰ ਜਿਸ ਦਿਨ ਝੋਨਾ ਆ ਗਿਆ ਸਾਹਿਬ, ਤੁਸੀਂ ਪੁੱਛੋ ਮੇਰੇ ਤੋਂ ਕਿਉਂ ਝੋਨੇ ਦੀ ਗੱਲ ਮੈਂ ਕਿਉਂ ਕਹਿ ਰਿਹਾ, ਕਿਉਂਕਿ ਝੋਨਾ ਇਲੈਕਸ਼ਨਾਂ ਦੇ ਨੇੜੇ ਜਾ ਵੜੂਗਾ ਜੀ। ਸੈਪਟੈਂਬਰ ਅਕਤੂਬਰ ਦਾ ਹੋਣਾ ਹੈ ਜੀ, 4 ਮਹੀਨਿਆਂ ਨੂੰ ਵੋਟਾਂ ਪੈਣੀਆਂ। ਉਹ ਕਹਿਣਗੇ ਵੀ ਬਦਨਾਮੀ ਹੋਊਗੀ ਕੈਪਟਨ ਅਮਰਿੰਦਰ ਸਿੰਘ ਦੀ, ਪਰੇਸ਼ਾਨ ਹੋਊਗਾ ਕਿਸਾਨ ਨੂੰ ਸਬਕ ਸਿਖਾਉਣਾ ਹੈ ਵੀ ਇਹਨਾਂ ਨੇ ਆ ਕੇ ਸਾਡਾ ਜਲੂਸ ਕੱਢਿਆ, ਸਾਡੇ ਦਿੱਲੀ ਦੇ ਬੂਹੇ ਤੇ ਆ ਕੇ ਛਾਵਣੀਆਂ ਪਾਈਆਂ, ਇਹਨਾਂ ਦਾ ਦਿਮਾਗ ਠੀਕ ਕਰਨਾ ਹੈ। ਤੇ ਇਹਨੂੰ ਦਿਮਾਗ ਕਿਵੇਂ ਠੀਕ ਹੁੰਦਾ ਸਾਹਿਬ, ਵੀ ਮਰਦੇ ਨੂੰ ਹੋਰ ਕਹਿੰਦਾ ਹੋਰ ਮਰੋੜ ਦਿਓ। ਆਹ ਹੋਊਗਾ। ਆ ਮੇਰੀ ਗੱਲ ਅੱਜ ਤੁਸੀਂ ਨੋਟ ਕਰ ਲਿਓ। ਕੋਈ ਵੀ ਸਮਝੌਤਾ ਉੱਥੇ ਹੋਵੇ, ਜਥੇਬੰਦੀਆਂ ਕਰਦੀਆਂ, ਸਰਕਾਰ ਕਰਦੀਆਂ, ਆਹ ਗੱਲ ਉਹਦੇ ਵਿੱਚ ਬਿਲਕੁਲ ਕਲੈਰੀਫਾਈ ਹੋਣੀ ਚਾਹੀਦੀ ਹੈ। ਤੁਸੀਂ ਨਿਭ ਪਾਓਗੇ ਇਸ ਸਿਚੁਏਸ਼ਨ ਨੂੰ ਟੈਕਲ ਕਿਵੇਂ ਕਰੋਗੇ? ਅਸੀਂ ਸਭ ਦੇਖੋ, ਇਹ ਤਾਂ ਹੁਣ ਸਾਡੇ ਕੋਲ ਜਿਹੜਾ ਡੈਮੋਕ੍ਰੈਟਿਕ ਮੀਨਸ, ਅਸੀਂ ਜੋ ਕੁਝ ਅਸੀਂ ਆਪ ਦਾ ਅੰਦੋਲਨ ਫਿਰ ਕਰਾਂਗੇ ਸਾਹਿਬ। ਸਰਕਾਰ ਕੋਲ ਤਾਂ ਉਹਨਾਂ ਬਜਟ ਹੀ ਹੈ ਨਹੀਂ ਜਿੰਨੇ ਦੀ ਫਸਲ ਹੋ ਜਾਂਦੀ। ਸਰਕਾਰ ਕੋਲ ਤਾਂ ਹੈ, ਸਰਕਾਰ 70,000 ਕਰੋੜ ਰੁਪਈਆ ਹੈ ਜੀ। 70,000 ਕਰੋੜ ਰੁਪਈਆ ਹੈ ਕਿ ਇਹਦੇ ਕੋਲ? ਇੱਥੇ ਤਾਂ 1200 ਕਰੋੜ ਰੁਪਈਆ ਰੋਈ ਜਨੇ ਸਾਡਾ RDF ਖਾ ਗਏ। ਇਹਨਾਂ ਨੇ ਕਣਕ ਵਾਲਾ ਡਿਲੇ ਕਰਕੇ ਦੇਣਗੇ, ਝੋਨੇ ਵਾਲਾ ਤਾਂ ਇਹਨਾਂ ਨੇ ਰਗੜ ਦੇਣਾ, ਕਿਉਂਕਿ ਇਹਨਾਂ ਨੂੰ ਦਿਸਦਾ ਵੀ ਸਰਕਾਰ ਦੀ ਬਦਨਾਮੀ ਕਰਾਓ। ਇਹਨਾਂ ਨੂੰ ਜੱਟਾਂ ਨੂੰ ਜਿੱਥੇ ਆ ਕੇ ਹੁਣ ਕਰਨ ਲੱਗੇ ਜੀ, ਇੱਥੇ ਇੰਨੀ ਆਬਾਦੀ ਇਹਨਾਂ ਦੀ ਹੈ, ਇੰਨੀ ਆਬਾਦੀ ਇਹਨਾਂ ਦੀ ਹੈ, ਉਹ ਲੋਕ ਇਹਨਾਂ ਨੇ ਬਖਸ਼ਣਾ ਨਹੀਂ ਸਾਹਿਬ। ਆਹ ਸੋਚ ਮਾੜੀ ਹੈ। ਸਾਡੀ ਲੜਾਈ ਉਸ ਸੋਚ ਦੇ ਖਿਲਾਫ ਹੈ ਸਾਹਿਬ। ਸਾਡੀ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ। ਪ੍ਰਧਾਨ ਮੰਤਰੀ ਕਿਸੇ ਪਾਰਟੀ ਦਾ ਨਹੀਂ ਹੁੰਦਾ, ਪ੍ਰਧਾਨ ਮੰਤਰੀ ਦੇਸ਼ ਦਾ ਹੁੰਦਾ ਸਾਹਿਬ। ਵਨਸ ਯੂ ਆਰ ਪ੍ਰਾਈਮ ਮਿਨਿਸਟਰ, ਯੂ ਆਰ ਪ੍ਰਾਈਮ ਮਿਨਿਸਟਰ ਦਾ ਕੰਟਰੀ। ਦ ਗਵਰਨਮੈਂਟ ਬਿਲੋਂਗਸ ਟੂ ਆਲ। ਜੇ ਅੱਜ ਸਰਕਾਰ ਉੱਥੇ ਤੋਮਰ ਸਾਹਿਬ ਸਾਡੇ ਵੀ ਐਗਰੀਕਲਚਰ ਮਿਨਿਸਟਰ ਹੈ, ਇਕੱਲੇ ਉਹਨਾਂ ਦੇ ਮੱਧ ਪ੍ਰਦੇਸ਼ ਦੇ ਨਹੀਂ ਜਿੱਥੋਂ ਬਿਲੋਂਗ ਕਰਦੇ, ਸਾਡੇ ਵੀ ਹੈ, ਸਾਡਾ ਵੀ ਹੱਕ ਬਣਦਾ ਹੈ। ਪਰ ਸਾਡੇ ਕੋਲ ਜੇ ਉਹ ਨਹੀਂ ਮੰਨਦੇ, ਜੇ ਅੱਜ ਸਾਡੇ ਕਿਸਾਨਾਂ ਨਾਲ ਧੱਕਾ ਕਰ ਰਿਹਾ, ਫਿਰ ਕਿਹਦੇ ਕੋਲ ਜਾਵਾਂਗੇ ਸਾਹਿਬ? ਦਿਸ ਇਜ਼ ਵੀ ਹੈਵ ਟੂ ਮੇਕ ਪੀਪਲ ਅਵੇਅਰ ਆਫ ਇਟ, ਵੀ ਕੌਣ ਲੋਕਾਂ ਨੂੰ ਅੱਜ ਤੋਂ ਤੁਸੀਂ ਬਿਲਕੁਲ ਸਾਹਿਬ ਇਹਦੇ ਤੇ ਮੈਂ ਚਾਹੂੰਗਾ ਵੀ ਇਹਦੇ ਤੇ ਪਹਿਲਾਂ ਤੋਂ ਪਹਿਰਾ ਦਿੱਤਾ ਜਾਵੇ। ਕੋਈ ਵੀ ਐਗਰੀਮੈਂਟ ਸਰਕਾਰ ਦੇ ਨਾਲ ਹੋ ਜੇ, ਮੈਂ ਰੋਜ਼ ਆਈ ਫਿਰਦਾ ਵੀ ਕਿਸਾਨ ਮੁੜ ਕੇ ਪਰਤਣ ਕਰੇ, ਆਪਦੇ ਪਰਿਵਾਰ ਸਾਂਭਣ, ਆਪਦੇ ਖੇਤ ਸਾਂਭਣ, ਆਪਦੀਆਂ ਫਸਲਾਂ ਸਾਂਭਣ। ਉੱਥੇ ਠੰਡ 'ਚ ਚਲੋ ਠੰਡ ਤਾਂ ਨਗਾ ਲਈ ਜਿੰਨੀ ਕਿ ਹੋਰ ਇੱਕ ਵਾਰੀ ਫਿਰ 2-4 ਦਿਨਾਂ ਦਾ ਝੂਲਾ ਦੇ ਕੇ ਜਾਊਗੀ, ਪਰ ਆਹ ਜੋ ਕੁਝ ਹੋ ਰਿਹਾ ਗਲਤ ਹੋ ਰਿਹਾ। ਦੇਸ਼ ਦੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਪੰਜਾਬ ਨੇ ਆਪਣੇ ਪ੍ਰਪੋਰਸ਼ਨੇਟ ਤੋਂ ਬਹੁਤ ਜ਼ਿਆਦਾ, ਤਾਂ 2% 2% ਵੀ ਹੈ ਨਹੀਂ ਸੀਗੇ, ਉਸ ਤੋਂ ਬਹੁਤ ਜ਼ਿਆਦਾ ਅੱਗੇ ਹੋ ਕੇ ਕੁਰਬਾਨੀਆਂ ਦਿੱਤੀ ਹੈ, ਆਜ਼ਾਦੀ ਲੈ ਕੇ ਦਿੱਤੀ ਹੈ। ਸਾਡੀ ਜ਼ਿੰਮੇਵਾਰੀ ਬਣਦੀ ਹੈ ਉਹਦੇ ਤੇ ਪਹਿਰਾ ਵੀ ਦਈਏ। ਸਾਨੂੰ ਕਿਸਾਨਾਂ ਨੇ ਜਿਸ ਸੰਘਰਸ਼ ਪਹਿਲਾਂ ਚਾਲੂ ਕੀਤਾ, ਅਲਖ ਜਗਾਈ ਹੈ, ਸਾਨੂੰ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ। ਜਿਸ ਤਰ੍ਹਾਂ ਕਹਿੰਦੇ ਨਾ, ਐਟਰਨਲ ਵਿਜੀਲੈਂਸ ਇਜ਼ ਦਾ ਪ੍ਰਾਈਸ ਯੂ ਪੇ ਫॉर ਫਰੀडम। ਦਿਸ ਇਜ਼ ਵੀ ਹੈਵ ਟੂ ਬੀ ਵਿਜੀਲੈਂਟ। ਇਸ ਮੁੱਦੇ ਤੇ ਤੁਹਾਡੇ ਚੈਨਲ ਰਾਹੀਂ ਬਾਹਰ ਵਿਦੇਸ਼ਾਂ 'ਚ ਬੈਠੇ ਲੋਕ, ਇਸ ਤੇ ਬਹਿਸ ਜਾਰੀ ਹੋਣੀ ਚਾਹੀਦੀ ਹੈ। ਹੁਣ ਤਾਂ ਫੋਕਸ ਹੀ ਬਦਲ ਗਿਆ ਸਾਹਿਬ। ਕਿਸਾਨ ਤਾਂ ਇੱਕ ਮੋਹਰਾ ਬਣ ਗਏ ਉਹਨਾਂ ਦੀ ਵੱਡੀ ਸ਼ਤਰੰਜ ਦੀ ਖੇਡ ਦੇ ਅੰਦਰ। ਵੱਡੀਆਂ ਖੇਡਾਂ ਹੈ, ਉਹ ਵੱਡੀਆਂ ਖੇਡਾਂ 'ਚ ਰਗੜ ਦੇਣਗੇ ਸਾਹਿਬ ਸਾਨੂੰ, ਪੰਜਾਬ ਨੂੰ, ਪੰਜਾਬੀਅਤ ਨੂੰ। ਕਿਸਾਨੀ ਦਾ ਮਾਰੀ ਜਾਊਗੀ। ਕਿਸਾਨ ਦਾ ਵਿਚਾਰਾ ਪਹਿਲਾਂ ਹੀ ਮਸਾਂ ਹੀ ਸਾਹ ਲਈ ਜਾਂਦਾ। ਤਾਂ ਆਈ ਥਿੰਕ ਦੇ ਹੈਵ, ਲੋਕਾਂ ਦੀ ਜ਼ਮੀਰ ਤਾਂ ਝੰਜੋੜੀ ਜਾਵੇ। ਉੱਥੇ ਬੈਠੇ ਕਿ ਜੀ ਕਿਸਾਨ ਤਾਂ, ਪੰਜਾਬ ਵਾਲੇ ਕਿਸਾਨ ਤਾਂ ਬਹੁਤ ਵੱਡੇ। ਤੁਸੀਂ ਜਾ ਕੇ ਇੱਕ ਦਿਨ ਮੇਰੇ ਕੋਲ ਕਿਸੇ ਪੱਤਰਕਾਰ ਦਾ ਮੁੰਬਈ ਤੋਂ ਫੋਨ ਆ ਗਿਆ ਜੀ, ਪਤਾ ਕੀ ਕਹਿੰਦੇ?
ਕਹਿੰਦਾ ਮੈਂ ਕਿਹਾ ਟਰਾਲੀਆਂ 'ਚ, ਕਹਿੰਦਾ ਜੀ ਮਰਸੀਡੀਜ਼ ट्रॉलीज हैं। मैं क्या भैन जी तुसी आके एक दिन रात लाओ तो सही आके, नहीं नहीं उनके पास तो वो फुट मसाजर हैं, वो 2 फोटोआं देख के तो उन्होंने, मैं क्या आ जाओ 2 दिन पराली ते पै के देख लो किन्ना कि उत्थे सुविधा है। अज उन्होंने टॉयलेट्स लै गए चक के साहब, ह्यूमैनिटेरियन दिस लोकां दी सरकार है साहब। मैं देखो साडे राजनीतिक विरोध है, पर परसों उन्होंने ऑल पार्टी मीटिंग च भगवंत मान होरां ने एक गल कही जी, कहता जी आ सरकार जिहड़ी है हम 2 और हमारे 2। मैं कि मतलब, कहता 2 वो ते 2 है, अडानी अंबानी है ते उधर मोदी जी ते अमित शाह, आ सरकार इत्थे ताई है सब। सो इट्स नॉट फॉर द पीपल, पीपल उन्होंने दे जिहड़े पीपल उन्होंने दा टॉयलेट चक के लै गए, एक पासे कहंदे असीं इन्ने करोड़ टॉयलेट बनाते, वो जिहड़े बैठे है वो इंसान नहीं के साहब, केड़ी मानवता रहेगी। बिजली पानी में थे, बिजली चलो पानी का कितों टोक लै आउणगे तां इंसान, इंटरनेट सेवा बंद हुई है, मीडिया ਨੂੰ ਇੰਟਰਨੈਟ ਪਹਾੜ 'ਚ ਜਾਵੇ ਸਾਹਿਬ, ਇੰਟਰਨੈਟ ਦੇ ਉੱਤੇ ਨਿਰਾ ਹੀ ਅੱਜ ਕੱਲ੍ਹ ਕਾਹਦਾ ਸੋਸ਼ਲ ਮੀਡੀਆ, ਐਂਟੀ ਸੋਸ਼ਲ ਮੀਡੀਆ ਉਹਨਾਂ ਦਾ ਹੀ ਹੈ। ਉਹਨਾਂ ਨੇ ਇੱਕ ਦਿਨ ਖੁਦ ਇਹਨਾਂ ਨੇ ਕਿਹਾ ਸੀਗਾ, ਆਪਣੇ ਮਾਨਯੋਗ ਹੋਮ ਮਿਨਿਸਟਰ ਸਾਹਿਬ ਨੇ, ਉਹਨਾਂ ਨੇ ਜੈਪੁਰ ਦੇ ਅੰਦਰ ਜਾਂ ਰਾਜਸਥਾਨ 'ਚ ਕਿੱਥੇ ਭਾਸ਼ਣ ਕਰਦੇ ਕਿਹਾ ਸੀਗਾ ਵੀ हमारे पता नहीं 35 लाख व्हाट्सएप ग्रुप हैं, अगर हम ये डाल दें कि मुलायम से को उसने अखिलेश ने थप्पड़ मार दिया तो ये बात भी लोगों में चली जाएगी। ਜਿਹੜੇ ਲੋਕ ਐਵੇਂ ਠੋਕ ਕੇ ਕਹੀ ਜਾਂਦੇ ਵੀ ਇਹ ਤਾਂ ਸਾਡੇ ਹੱਥ ਦਾ ਖੇਡ ਹੈ, ਅਫਵਾਹ ਨੂੰ ਸੱਚ ਨੂੰ ਝੂਠ ਬਣਾ ਦਈਏ, ਝੂਠ ਨੂੰ ਸੱਚ ਬਣਾ ਦਈਏ। ਸੋ ਆਈ ਡੋਂਟ ਬਿਲੀਵ ਇਨ, ਦੇਖੋ ਮੈਂ ਪੁਰਾਣੇ ਕਿਸਮ ਦਾ ਬੰਦਾ ਹੋ ਸਕਦਾ, ਮੈਨੂੰ ਸੋਸ਼ਲ ਮੀਡੀਆ ਤੇ ਹੈ ਨਹੀਂ, ਜਿਵੇਂ ਤੁਸੀਂ ਕਹਿ ਰਹੇ ਸੀ ਵੀ ਸਾਡਾ ਸੋਸ਼ਲ ਮੀਡੀਆ ਦਾ ਡਿਪਾਰਟਮੈਂਟ ਹੀ ਢਿੱਲਾ ਹੈ, ਪਰ ਮੈਂ ਤਾਂ ਗੱਲ ਉਹ ਕਰ ਰਿਹਾ ਜਿਹੜੀ ਆਮ ਆਦਮੀ ਨੂੰ ਕਰਨੀ ਚਾਹੀਦੀ ਹੈ। ਇਟਸ ਨਾਟ ਅ ਮੈਟਰ ਆਫ ਪੋਲੀਟਿਕਸ, ਇਟਸ ਅ ਮੈਟਰ ਆਫ ਦ ਨੇਸ਼ਨ ਸਾਹਿਬ, ਦੁਨੀਆ ਦੇਸ਼ ਦਾ ਮੁੱਦਾ ਹੈ, ਆਜ਼ਾਦੀ ਦਾ ਮੁੱਦਾ ਹੈ। ਅੱਜ ਸਰਦਾਰ ਭਗਤ ਸਿੰਘ ਨੂੰ आखिरी गल मैं कहना चाहूँगा, देखो मैं भावुक हो गए अज, देखो मेरे तुसीं टाइम तो 2 मिनट बढ़ा लियो, अज तां थोड़ा ही आ किहड़ा एक बैठा बाबू उत्थे नीति आयोग 'ਚ, ਉਹਨੇ ਬਿਆਨ ਦਿੱਤਾ, ਕਹਿੰਦਾ ਇੰਡੀਆ ਹੈਜ਼ ਟੂ ਮਚ ਡੈਮੋਕ੍ਰੇਸੀ ਜੀ, ਹੈ ਜੀ, ਬੜਾ ਵੱਡਾ ਬਵਾਲ ਹੋਇਆ ਇਹ ਤੇ। ਬਵਾਲ ਕਿੱਥੇ, ਬਵਾਲ ਤਾਂ ਹੋਇਆ ਨਹੀਂ ਜੀ, ਉਹ ਉੱਥੇ ਬੈਠਾ ਬਦਲਤਾ ਉਹਨੂੰ, ਕੱਢਦਾ ਉਹਨੂੰ, ਨਹੀਂ ਕੱਢਿਆ। ਸੋ ਯੂ ਟੈਲ ਮੀ ਸੈਠੀ ਸਾਹਿਬ, ਤੁਸੀਂ ਤਾਂ ਬੜੇ ਚਿੰਤਕ ਹੋ, ਦੇਖਦੇ ਹੋ ਸਾਰਾ ਮਸਲਾ ਘੋਖਦੇ ਹੋ, इज देयर एनी कंसैप्ट ऑफ ए लिमिटेड डेमोक्रेसी? अगर लिमिटेड डेमोक्रेसी का कितने कंसैप्ट सीगा तो भगत सिंह नूं समझा देंदे भी बस भई इत्थे ताईं रख, फांसी लैण दी लोड़ नहीं, आपां इन्नी की आज़ादी लैनी है। लाला लाजपत राय जी नूं कह देंदे, ढिंगड़ा साहब नूं कह देंदे, शफाकुल्ला जी नूं कह देंदे बस बस इत्थे। ਵਾਲ ਮੀਨਸ ਟੂ ਸੇ ਦੈਟ ਕਿ ਇੰਟੈਲੈਕਚੁਅਲ ਤਬਕੇ 'ਚ ਕ੍ਰਿਟਿਸਿਜ਼ਮ ਬਹੁਤ ਵੱਡੇ ਪੱਧਰ ਤੇ ਹੋਇਆ ਕਿ ਕਿਸ ਤਰ੍ਹਾਂ ਦਾ ਬਿਆਨ ਹੋਇਆ? ਕਿੱਥੇ ਕੋਈ ਨਹੀਂ ਹੋਇਆ, ਕੁਝ ਵੀ ਨਹੀਂ ਹੋਇਆ, ਕਿਸੇ ਜੂ ਹੀ ਨਹੀਂ ਰਹੇਗੀ। ਉਹ ਥੁਨਬਰਗ ਦੇ ਉੱਤੇ ਮੈਂ ਤਾਂ ਕੋਟ ਕੀਤਾ ਸੀ, ਮੈਨੂੰ ਲੱਗਦਾ ਕਿ ਮੇਰੇ ਮਗਰ ਆ ਜਾਣਗੇ, ਮੈਂ ਉਹਦਾ ਕੋਟ ਕੀਤਾ ਸੀ। ਉਹਨੇ ਡਾਵੋਸ ਦੇ ਅੰਦਰ ਇੱਕ ਸਟੇਟਮੈਂਟ ਦਿੱਤੀ ਸੀ ਕਿ ਇਹਨੂੰ ਲੈ ਕੇ, এনवायरमेंट ਨੂੰ ਲੈ ਕੇ, ਕਹਿੰਦਾ ਹਾਊ ਡੇਅਰ ਯੂ। ਮੈਂ ਉਸ ਦਿਨ ਪਾਇਆ ਸੀਗਾ ਟਵੀਟ, ਨਾਰਮਲੀ ਘੱਟ ਵਧੀ ਹੁੰਦਾ, ਮੈਂ ਪਾਇਆ ਸੀ ਟਵੀਟ ਉਸ ਦਿਨ ਅਮਿਤਾਭ ਵਿਸ਼ਨੂਕਾਂਤ ਨੂੰ, ਕਹਿੰਦਾ ਹਾਊ ਡੇਅਰ ਯੂ, ਯੂ ਆਰ ਇਨਸਲਟਿੰਗ ਆਰ ਮਾਰਟਿਰਸ, ਸਾਡੇ ਸ਼ਹੀਦਾਂ ਦਾ ਤੂੰ, ਤੇਰੀ ਔਕਾਤ ਕੀ ਹੈ ਸਾਹਿਬ? ਯੂ ਆਰ ਅ ਗਲੋਰੀਫਾਈਡ ਕਲਰਕ ਜੀ, ਇੱਕ ਬਾਬੂ ਹੈ ਤੂੰ, ਤੇਰਾ ਕੋਈ ਅੱਗੇ ਨਹੀਂ ਪਿਛੋਕੜ, ਕੋਈ ਗਾਂ ਤੇਰਾ ਹੈ ਨਹੀਂ, ਤੂੰ ਇੱਕ ਤੈਨੂੰ ਬਣਾ ਕੇ ਟਾਈ ਲਾ ਕੇ ਬਿਠਾਤਾ, ਤੇਰੇ ਟਾਈ ਲੱਗੀ, ਉਹਨਾਂ ਨੇ ਫਾਇਆ ਲਾਇਆ ਸੀਗਾ, ਉਹਨਾਂ ਨੂੰ ਤਾਂ 1 ਮਿੰਟ 'ਚ ਰੋਲਤਾ। ਲਿਮਿਟਿਡ, ਦਿਸ ਇਜ਼ ਨਾਟ ਡਨ ਸਰ। ਲੋਕਾਂ ਨੂੰ ਜਾਗਰਿਤ ਹੋਣਾ ਚਾਹੀਦਾ ਹੈ, ਐਂਡ ਆਈ ਹੋਪ ਲੋਕ ਉੱਠਣਗੇ। ਕਿਸੇ ਦੀ ਸਰਕਾਰ ਬਣੇ ਨਾ ਬਣੇ, ਬਟ ਆਜ਼ਾਦੀ ਕਾਇਮ ਰਹਿਣੀ ਚਾਹੀਦੀ ਹੈ। ਬੋਲਣ ਦਾ ਅਧਿਕਾਰ ਖੋਣ ਦਾ ਮੈਂ ਸਮਝਦਾ ਬਹੁਤ ਗਲਤ ਚਾ ਪਾਸੇ ਤੁਰ ਪਈ ਸਰਕਾਰ। ਲੋਕਾਂ ਦੀ ਸੁਣੋ, ਨਹੀਂ ਤੁਹਾਡੇ ਜੱਜ ਦੀ, ਦੈਟਸ ਯੋਰ ਪ੍ਰੈਰੋਗੇਟਿਵਸ, ਲੋਕਾਂ ਨੇ ਤਾਕਤ ਦਿੱਤੀ ਹੈ, ਬਟ ਲੋਕਾਂ ਦੇ ਨਾਲ ਅਥੋਰੀਟੇਰੀਅਨ ਤਰੀਕੇ ਨਾਲ ਨਹੀਂ ਸਰ। ਇਟਸ ਅ ਡੈਮੋਕ੍ਰੇਸੀ। ਬਹੁਤ ਬਹੁਤ ਧੰਨਵਾਦ ਜਾਖੜ ਸਾਹਿਬ, ਤੁਹਾਡਾ ਗੱਲਬਾਤ ਕਰਨ। ਥੈਂਕ ਯੂ।